ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਫਿਰ ਇੱਕ ਵਾਰ ਤੁਹਾਨੂੰ ਸਭ ਨਾਲ ਚਰਚਾ ਕਰਾਂਗੇ। ਇੱਕ ਤਾਂ ਦੁਨੀਆ ਦੇ ਵਿੱਚ ਕਰੋਨਾ ਦੇ ਹਾਲਾਤ ਕਾਫੀ ਮਾੜੇ ਆ, ਪਰ ਜਮਾਂ ਆਪਾਂ ਇਸ ਵਕਤ ਉਸ ਲੀਕ ਤੇ ਖੜੇ ਹਾਂ ਜਿੱਥੋਂ ਇਹ ਚਰਚਾ ਚੱਲ ਪਈ ਹੈ ਕਿ ਜੀ ਠੀਕ ਆ, ਹੁਣ ਕੰਟਰੋਲ 'ਚ ਆ ਗਿਆ, ਲਾਕਡਾਊਨ ਖੋਲ੍ਹ ਦੇਣਾ ਚਾਹੀਦਾ, ਨਹੀਂ ਤੇ ਲੋਕੀ ਭੁੱਖੇ ਮਰ ਜਾਣਗੇ। ਉਸੇ ਲੀਕ ਤੇ ਖੜੇ ਉਹ ਲੋਕ ਕਹਿਣ ਡਏ ਕਿ ਨਹੀਂ ਜੀ ਉਸ ਲੀਕ ਤੇ ਖੜੇ ਆ, ਉਸ ਬਾਰਡਰ ਤੇ ਖੜੇ ਆ ਜਿੱਥੋਂ ਇੱਕਦਮ ਕੰਮ ਵਧਣਾ, ਛੂਟ ਵੱਟੀ ਜਾਣੀ, ਇਸ ਕਰਕੇ ਥੋੜ੍ਹਾ ਜਿਹਾ ਬਚਾਅ ਕਰਨ ਦੀ ਲੋੜ ਹੈ। ਇਹ ਪੂਰੀ ਦੁਨੀਆ ਦੀ ਡਿਸਕਸ਼ਨ ਆਪਾਂ ਇਹਦੇ 'ਤੇ ਵੀ ਗੱਲ ਕਰਾਂਗੇ। ਫਿਰ ਆਪਾਂ ਇਹ ਵੀ ਗੱਲ ਕਰਾਂਗੇ ਜੀ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿੱਚ ਜਿਹੜੀ ਟਸਲ ਹੈ ਉਹ ਕਿਹੜੀ ਚੀਜ਼ ਨੂੰ ਲੈ ਕੇ ਚੱਲ ਪਈ ਅਤੇ ਚਿੱਠੀਆਂ ਦਾ ਆਦਾਨ ਪ੍ਰਦਾਨ ਕਿਉਂ ਚੱਲਣ ਲੱਗ ਪਿਆ। ਫਿਰ ਇਹ ਵੀ ਜ਼ਿਕਰ ਕਰਾਂਗੇ ਕਿ ਵੀ ਇਹ ਸਾਰੇ ਕੁਛ ਨੂੰ ਦੇਖਦਿਆਂ ਜਿਹੜੀ ਹੁਣ ਗਲੋਬਲ ਇਕੋਨਮੀ ਹੈ ਉਹਦੇ ਬਾਰੇ ਹੁਣ ਕੀ ਗੱਲ ਸਾਹਮਣੇ ਆ ਰਹੀ ਹੈ ਕਿ ਕਰੋਨਾ ਤਾਂ ਹੈ ਹੀ ਹੈ, ਇਸ ਤੋਂ ਬਾਅਦ ਅਗਲਾ ਜਿਹੜਾ ਇੱਕ ਵੱਡਾ ਸੰਕਟ ਹੈ ਦੁਨੀਆ ਦੇ ਸਾਹਮਣੇ ਉਹ ਕੀ ਹੋਏਗਾ। ਕੁਝ ਖਬਰਾਂ ਹੋਰ ਨੇ ਆਪਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ। ਪਨ ਸਾਹਿਬ ਬਹੁਤ ਬਹੁਤ ਸਵਾਗਤ ਜੀ, ਸ਼ੁਕਰੀਆ। ਪਨ ਸਾਹਿਬ, ਆਪਾਂ ਅਜੇ ਕੱਲ੍ਹ ਹੀ ਗੱਲ ਕੀਤੀ ਸੀ ਕਿ ਵਿਸ਼ਾਖਾਪਟਨਮ ਦੇ ਵਿੱਚ ਉਹ ਇੱਕ ਇੰਡਸਟਰੀ ਦੇ ਵਿੱਚੋਂ ਗੈਸ ਲੀਕ ਹੋ ਗਈ ਅਤੇ ਲੋਕਾਂ ਦੀਆਂ ਮੌਤਾਂ ਹੋਈਆਂ। ਹੁਣ ਦੇਖੋ, ਇੱਕ ਪਾਸੇ ਕਰੋਨਾ ਹੈ, ਦੂਸਰੇ ਪਾਸੇ ਲੋਕ ਘਰਾਂ 'ਚ ਤੜੇ ਆ ਅਤੇ ਜਿਹੜੇ ਵਿਚਾਰੇ ਮਜਬੂਰੀ ਬਸ ਬਾਹਰ ਨਿਕਲਦੇ ਆ ਉਹਦੇ 'ਚ ਪ੍ਰਵਾਸੀ ਮਜ਼ਦੂਰ ਆਉਂਦੇ ਆ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਪਹਿਲਾਂ ਵੀ ਸ਼ੁਰੂ ਦੇ ਦਿਨਾਂ ਦੇ ਵਿੱਚ ਵੀ ਇੱਕ ਰੋਡ ਐਕਸੀਡੈਂਟ ਹੋਇਆ ਸੀ। ਪਰ ਕੱਲ੍ਹ ਹੁਣ ਮਹਾਰਾਸ਼ਟਰ ਦੇ ਵਿੱਚ ਇੱਕ ਟ੍ਰੇਨ ਐਕਸੀਡੈਂਟ ਹੋਇਆ ਜਿਹਦੇ ਵਿੱਚ ਉਹ ਪਟੜੀ ਦੇ ਉੱਪਰ ਸੁੱਤੇ ਮਜ਼ਦੂਰ ਜਿਹੜੇ ਸੀ ਉਹਨਾਂ ਦੇ ਉੱਪਰ ਦੀ ਟ੍ਰੇਨ ਲੰਘ ਗਈ ਹੈ ਜੀ ਅਤੇ ਉਹ ਬਹੁਤ ਨੁਕਸਾਨ ਹੋਇਆ। ਇਹਨੂੰ ਕਿਵੇਂ ਦੇਖਦੇ ਹੋ? ਗੁਰਪ੍ਰੀਤ ਜੀ, ਮੈਂ ਮਜ਼ਦੂਰਾਂ ਦੇ ਗੱਡੀ ਥੱਲੇ ਆ ਕੇ ਮਾਰੇ ਜਾਣ ਵਾਲੀ ਗੱਲ ਬਾਅਦ 'ਚ ਕਰੂੰਗਾ। ਪਹਿਲਾਂ ਇਹ ਦੱਸ ਦਿਆਂ ਕਿ ਵਿਸ਼ਾਖਾਪਟਨਮ ਦੇ ਵਿੱਚ ਕੱਲ੍ਹ ਜੀ ਸਵੇਰੇ ਲੀਕੇਜ ਹੋਈ, ਦਰਜਨ ਦੇ ਕਰੀਬ ਬੰਦੇ ਮਰ ਗਏ, ਸੈਂਕੜਿਆਂ ਦੀ ਗਿਣਤੀ 'ਚ ਹਸਪਤਾਲ ਪਹੁੰਚ ਗਏ ਜੀ। ਰਾਤ ਨੂੰ ਫਿਰ ਇੱਕ ਲੀਕੇਜ ਹੋ ਗਈ ਉਸੇ ਫੈਕਟਰੀ 'ਚ, ਜੀ ਜਦ ਕਿ ਸਾਰਾ ਦਿਨ ਕਹਿੰਦੇ ਰਹੇ ਸੀ ਕਿ ਸਥਿਤੀ ਕੰਟਰੋਲ 'ਚ ਆ, ਮਸ਼ੀਨਰੀ ਕਾਬੂ ਕਰ ਲਈ ਗਈ। ਹੁਣ ਪੁਆੜਾ ਕੀ ਆ ਕਿ ਫੈਕਟਰੀ ਮਹੀਨੇ ਤੋਂ ਵੱਧ ਹੋ ਗਿਆ ਬੰਦ ਸੀ, ਸਵਾ ਮਹੀਨਾ ਹੋ ਗਿਆ, ਡੇਢ ਹੀ ਹੋ ਗਿਆ, ਡੇਢ ਮਹੀਨੇ ਤੋਂ ਫੈਕਟਰੀ ਬੰਦ ਸੀ। ਫੈਕਟਰੀ ਮਾਲਕਾਂ ਨੂੰ ਇਹ ਹੈ ਕਿ ਇੰਨੇ ਚਿਰ ਦੀ ਫੈਕਟਰੀ ਬੰਦ ਹੈ ਅਤੇ ਮੁਲਾਜ਼ਮਾਂ ਨੂੰ ਅਸੀਂ ਮੁਫਤ ਦੀਆਂ ਤਨਖਾਹਾਂ ਦੇ ਰਹੇ ਹਾਂ, ਕੰਮ ਚਲਾਈਏ, ਕੋਈ ਚਾਰ ਪੈਸੇ ਵੱਟੀਏ। ਫਿਰ ਇਹ ਵੀ ਸੀ ਕਿ ਇਹੋ ਜਿਹੇ ਮੌਕੇ ਪੂਰੇ ਮੁਲਾਜ਼ਮ ਨਹੀਂ ਸੱਦਣੇ, ਘੱਟ ਸੱਦਣੇ। ਤੁਸੀਂ ਸਮਾਨ ਸਪਲਾਈ ਕਰਨ ਵਾਲੇ ਕਲੈਰੀਕਲ ਵਾਲੇ ਘੱਟ ਸੱਦ ਲਓ, ਪਰ ਟੈਕਨੀਕਲ ਸਟਾਫ ਤਾਂ ਪੂਰਾ ਸੱਦਣਾ ਚਾਹੀਦਾ। ਜੀ ਆ ਕੇ ਟੈਕਨੀਕਲ ਸਟਾਫ ਇੱਕ ਤਾਂ ਘੱਟ ਸੱਦਿਆ ਜਾਪਦਾ, ਦੂਜਾ ਬੜੀ ਕਾਹਲੀ ਸੀ ਕਿ ਹੁਣ ਆਪਾਂ ਛੇਤੀ ਚਲਾਉਣਾ, ਅਤੇ ਇੰਨੇ ਦਿਨ ਜਿਹੜੀ ਡੇਢ ਮਹੀਨਾ ਫੈਕਟਰੀ ਬੰਦ ਰਹੀ ਆ, ਮਸ਼ੀਨਾਂ ਚੈੱਕ ਕਰਨੀਆਂ ਚਾਹੀਦੀਆਂ ਸੀ, ਵੇਲੇ ਸਿਰ ਚੈੱਕ ਨਹੀਂ ਕੀਤੀਆਂ ਗਈਆਂ, ਜੀ ਠੀਕ ਤਰ੍ਹਾਂ ਚੈੱਕ ਨਹੀਂ ਕੀਤੀਆਂ ਗਈਆਂ। ਜਰਾ ਕੁ ਗੈਸ ਛੱਡੀ ਅਤੇ ਵਾਲਵ ਫਟ ਗਿਆ ਅਤੇ ਉਹਨੇ ਪਾੜਾ ਪਾ ਦਿੱਤਾ। ਜੀ ਕੱਲ੍ਹ ਦੋ ਹੋਰ ਫੈਕਟਰੀਆਂ ਜਿਹੜੀਆਂ ਨੇ ਡੇਢ ਮਹੀਨੇ ਬਾਅਦ ਚਲਾਉਣ ਦਾ ਯਤਨ ਕੀਤਾ ਗਿਆ ਅਤੇ ਉਹ ਵੀ ਦੋਵੇਂ ਫੈਕਟਰੀਆਂ ਇਸੇ ਤਰ੍ਹਾਂ ਹੀ ਐਕਸੀਡੈਂਟ ਹੋਏ ਆ, ਲੋਕ ਜ਼ਖਮੀ ਹੋਏ ਨੇ, ਪ੍ਰਭਾਵਿਤ ਹੋਏ ਨੇ, ਮੌਤ ਨਹੀਂ ਕੋਈ ਹੋਈ, ਚੰਗੀ ਗੱਲ ਹੈ। ਇਹ ਸਾਰਾ ਕੁਝ ਕਾਹਲ ਕਦਮੀ ਜਿਹੜਾ ਹੈ ਕਿ ਫਟਾਫਟ ਹੁਣ ਪੈਸੇ ਕਮਾਓ, ਆਪਾਂ ਇੰਨੇ ਦਿਨ ਬੰਦ ਰੱਖਿਆ, ਜੀ ਉਹਦਾ ਸਿੱਟਾ। ਇਹ ਮੁਜਰਮਾਨਾ ਕੋਤਾਹੀ ਹੈ ਜਿਹਦਾ ਖਮਿਆਜਾ ਉਹਨਾਂ ਨੂੰ ਜੁਰਮਾਨਾ ਕਾਫੀ ਮੋਟਾ ਪਾਉਣਾ ਚਾਹੀਦਾ। ਹੁਣ ਆ ਜਾਓ ਤੁਸੀਂ ਟ੍ਰੇਨ ਐਕਸੀਡੈਂਟ ਵੱਲ। ਜੀ ਇਹ ਲੋਕ ਉਹੋ ਹੀ ਨੇ ਜਿਹੜੇ ਪਹਿਲਾਂ ਬੜੇ ਚਿਰ ਦੇ ਰੌਲਾ ਪਾਉਂਦੇ ਸੀ ਕਿ ਸਾਨੂੰ ਦਵਾਈ ਆ, ਇੱਥੇ ਬੈਠਿਆਂ ਖਾਣ ਪੀਣ ਨੂੰ ਪੂਰਾ ਨਹੀਂ ਮਿਲਦਾ, ਨੌਕਰੀਆਂ ਸਾਡੀਆਂ ਗਈਆਂ, ਮਜ਼ਦੂਰੀ ਕਿਤੇ ਮਿਲ ਨਹੀਂ ਰਹੀ, ਸਾਨੂੰ ਯੂਪੀ ਬਿਹਾਰ ਨੂੰ ਆਪਣੇ ਘਰਾਂ ਨੂੰ ਜਾਣ ਦਿਓ। ਅਤੇ ਸਰਕਾਰਾਂ ਜਾਣ ਨਹੀਂ ਸੀ ਦਿੰਦੀਆਂ। ਜੀ ਨਾ ਕੇਂਦਰ ਸਰਕਾਰ ਲਾਕਡਾਊਨ ਤੋੜਦੀ ਸੀ, ਨਾ ਮਹਾਰਾਸ਼ਟਰ ਦੀ ਸਰਕਾਰ ਜਾਣ ਦਿੰਦੀ ਸੀ। ਅਸੀਂ ਪਿਛਲੀਆਂ ਦਿਨਾਂ 'ਚ ਪੜ੍ਹਦੇ ਰਹੇ, ਅਖਬਾਰਾਂ ਖਬਰਾਂ 'ਚ ਆਉਂਦੀਆਂ ਰਹੀਆਂ, ਟੀ ਵੀ 'ਤੇ ਵੀ ਵੇਖਿਆ, ਕੋਈ 1200 ਕਿਲੋਮੀਟਰ ਪੈਦਲ ਤੁਰ ਕੇ ਗਿਆ, ਕੋਈ 800 ਕਿਲੋਮੀਟਰ ਗਿਆ। ਜੀ ਇੱਕ ਬੀਬੀ ਦੇ ਕੋਲ ਹੈਂਡਬੈਗ ਆ ਜਿਹਦਾ ਪਹੀਏ ਥੱਲੇ ਲੱਗੇ, ਉਹ ਪਹੀਆਂ ਨਾਲ ਹੈਂਡਬੈਗ ਨੂੰ ਘੜੀਸੀ ਜਾਂਦੀ ਹੈ। ਇੱਕ ਬੱਚਾ ਚੁੱਕਿਆ, 1000 ਕਿਲੋਮੀਟਰ ਚਲੀ ਗਈ। ਉਹ ਸਾਰੇ ਲੋਕ ਇੱਦਾਂ ਹੀ ਗਏ ਸੀ। ਇਹ ਜਿਹੜੇ ਮਜ਼ਦੂਰ ਰਾਤੀ ਐਕਸੀਡੈਂਟ ਦਾ ਸ਼ਿਕਾਰ ਹੋਏ ਨੇ ਅੱਜ ਤੜਕੇ, ਜੀ ਅੱਜ ਤੜਕੇ ਦੀ ਗੱਲ ਹੈ, ਇਹ ਅਸਲ ਵਿੱਚ ਉਸੇ ਤਰ੍ਹਾਂ ਹੀ ਇਹ ਸੁਣ ਕੇ ਕਿ ਬਾਕੀ ਲੋਕ ਪਹੁੰਚ ਗਏ ਯੂਪੀ ਬਿਹਾਰ ਵਿੱਚ ਅਤੇ ਆਪਾਂ ਨਹੀਂ ਪਹੁੰਚ ਸਕਦੇ, ਇਹ ਤੁਰ ਪਏ। ਅੱਗੇ ਸੜਕਾਂ 'ਤੇ ਨਾਕੇ ਸੀ ਲੰਘਣੇ ਉੱਤੇ, ਫਿਰ ਤਰੀਕਾ ਹੁੰਦਾ ਜਾਂ ਖੇਤਾਂ ਵਿੱਚ ਦੀ ਲੰਘੋ ਜਾਂ ਰੇਲਵੇ ਲਾਈਨ 'ਤੇ ਤੁਰੇ ਜਾਓ, ਰਾਹ 'ਚ ਕੋਈ ਨਹਿਰ ਹੈ ਜਾਂ ਕੋਈ ਕੁਛ ਹੋਇਆ ਉੱਥੋਂ ਪੁਲ ਤੋਂ ਲੰਘ ਜਾਂਗੇ। ਜੀ ਇਹ ਰੇਲਵੇ ਪਟੜੀ ਦੇ ਉੱਤੇ ਤੁਰੇ ਗਏ, ਸਵੇਰ ਤੋਂ ਲੈ ਕੇ ਤੁਰਦੇ ਗਏ। ਲਾਕਡਾਊਨ ਨੇ ਸਾਰੇ ਦਿਨ ਕੋਈ ਗੱਡੀ ਨਹੀਂ ਆਈ। ਜੀ ਅਤੇ ਇਹਨਾਂ ਸੋਚਿਆ ਜੇ ਸਾਰਾ ਦਿਨ ਨਹੀਂ ਆਈ ਤਾਂ ਰਾਤ ਨੂੰ ਵੀ ਕਿਹੜੀ ਆਉਣ ਲੱਗੀ ਹੈ। ਇਹ ਰਾਤ ਨੂੰ ਰੇਲਵੇ ਲਾਈਨਾਂ ਦੇ ਵਿਚਾਲੇ ਸੌਂ ਗਏ ਅਤੇ ਇਹਨਾਂ 'ਚੋਂ ਬਹੁਤਿਆਂ ਨੇ ਜਿਹੜਾ ਰੇਲਵੇ ਗਾਰਡਰ ਹੈ ਜਿਹਦੇ ਉੱਤੇ ਗੱਡੀ ਦੇ ਪਹੀਏ ਚੱਲਣੇ ਹੁੰਦੇ ਆ, ਜੀ ਉਹਨੂੰ ਸਰਾਣਾ ਬਣਾ ਲਿਆ।
ਇਹ ਸਿਰਹਾਣਾ ਬਣਾ ਕੇ ਸੁੱਤੇ ਪਏ ਸੀ। ਤੜਕੇ ਮਾਲ ਗੱਡੀ ਆਈ, ਦੂਸਰੀਆਂ ਮੁਸਾਫਰ ਗੱਡੀਆਂ ਤੇ ਚੱਲ ਨਹੀਂ ਰਹੀਆਂ ਜੀ। ਮਾਲ ਗੱਡੀ ਆਈ, ਉਹਨੇ ਵਿਸਲਾਂ ਵੀ ਦਿੱਤੀਆਂ, ਸੁੱਤੇ ਪਏ, ਇਹਨਾਂ ਨੂੰ ਪਤਾ ਹੀ ਨਹੀਂ। ਉਹ ਪਾਇਲਟ ਜਿਹੜਾ ਲੋਕੋ ਪਾਇਲਟ ਆ ਰੇਲ ਗੱਡੀ ਦਾ, ਜਿਹੜਾ ਇੰਜਨ ਦਾ ਡਰਾਈਵਰ, ਉਹਨੂੰ ਲੋਕੋ ਪਾਇਲਟ ਕਹਿੰਦੇ ਆ ਜੀ। ਲੋਕੋ ਪਾਇਲਟ ਨੇ ਐਮਰਜੈਂਸੀ ਬ੍ਰੇਕ ਵੀ ਲਾਈ, ਪਰ ਚਲਦਿਆਂ ਚਲਦਿਆਂ ਉਹ ਮਾਲ ਗੱਡੀ ਦੇ ਤੇ ਜਾ ਚੜੀ। 10-12 ਜਣੇ ਮਰ ਗਏ, ਸ਼ਾਇਦ 15 ਤੱਕ ਕਹਿੰਦੇ ਆ। ਪਹਿਲੀ ਖਬਰ ਜਿਹੜੀ ਆਈ ਉਹ ਸੀ ਕਿ ਮਾਲ ਗੱਡੀ ਉੱਤੇ ਚੜੀ ਜੀ। ਦੂਜੀ ਖਬਰ ਇਹ ਆ ਗਈ ਕਿ ਗੱਡੀ ਨਹੀਂ, ਗੱਡੀ ਦਾ ਇੱਕ ਖਾਲੀ ਡੱਬਾ ਉਹਨਾਂ ਦੇ ਉੱਤੇ ਜਾ ਚੜਿਆ ਜੀ। ਹੁਣ ਖਾਲੀ ਡੱਬਾ ਇਕੱਲਾ ਕਿੱਦਾਂ ਆ ਗਿਆ, ਮਾਲ ਗੱਡੀ ਨਾਲ ਕਿਉਂ ਨਹੀਂ ਸੀ, ਇਹ ਸਾਨੂੰ ਸਮਝ ਨਹੀਂ ਲੱਗਦੀ। ਮੈਨੂੰ ਮੁੜ ਕੇ ਚੇਤਾ ਆਉਣ ਲੱਗ ਪਿਆ ਕਿ 8-10 ਸਾਲ ਪਹਿਲਾਂ ਬਿਹਾਰ 'ਚ ਇੱਕ ਵਾਰੀ ਹੋਇਆ ਸੀ ਕਿ ਰੇਲ ਗੱਡੀ ਜਾਂਦੀ ਪਈ ਆ, ਚਲਦੀ ਚਲਦੀ ਨੂੰ ਝਟਕਾ ਲੱਗਾ, ਕਿਤੇ ਸਪੀਡ ਵੱਧ ਘੱਟ ਹੋਣ ਲੱਗਾ ਜੀ। ਰਸਤੇ 'ਚੋਂ ਉਹਦੇ ਮਤਲਬ ਡੱਬਿਆਂ 'ਚੋਂ ਕਪਲਿੰਗ ਟੁੱਟ ਗਈ। ਕਪਲਿੰਗ ਹੁੰਦੀ ਆ ਇੱਕ ਡੱਬੇ ਨੂੰ ਦੂਸਰੇ ਡੱਬੇ ਨਾਲ ਜੋੜਨ ਵਾਲਾ ਜਿਹੜਾ ਸ਼ਿਕੰਜਾ, ਇਸ ਤਰ੍ਹਾਂ ਇੱਕ ਦੂਸਰੇ 'ਚ ਫਸੇ ਹੁੰਦੇ ਆ ਨਾ, ਜੀ। ਉਹ ਸ਼ਿਕੰਜਾ ਜਿਹੜਾ ਉਹ ਬੜੀ ਬੁਰੀ ਤਰ੍ਹਾਂ ਫਸਿਆ ਹੁੰਦਾ, ਉਹਨੂੰ ਕਪਲਿੰਗ ਕਹਿੰਦੇ। ਉਹ ਕਪਲਿੰਗ ਟੁੱਟ ਗਈ, ਬਾਕੀ ਗੱਡੀ ਅੱਗੇ ਚਲੀ ਗਈ ਕਿਉਂਕਿ ਪਿੱਛੇ ਲੋਡ ਘੱਟ ਗਿਆ ਤੇ ਉਹਦੀ ਸਪੀਡ ਬਹੁਤ ਵੱਧ ਗਈ। ਜਿਹੜੇ ਡੱਬੇ ਪਿੱਛੇ ਰਹਿ ਗਏ ਉਹ ਫਿਰ ਹੌਲੀ ਹੌਲੀ ਤੁਰਦੇ ਗਏ। ਗੱਡੀ ਇੱਕ ਥਾਂ ਤੋਂ ਫਾਟਕ ਲੰਘ ਗਈ ਤੇ ਗੱਡੀ ਲੰਘਣ ਤੋਂ ਬਾਅਦ ਫਾਟਕ ਵਾਲਿਆਂ ਨੇ ਫਾਟਕ ਚੁੱਕਤਾ, ਲੋਕੀ ਲੰਘਣ ਲੱਗ ਪਏ ਤੇ 2 ਮਿੰਟਾਂ ਬਾਅਦ ਉਹਨੇ ਚੋਂ ਪਿਛਲੇ ਡੱਬੇ ਵੀ ਸਪੀਡ ਤੇ ਸੀ, ਉਹ ਆ ਵੱਜੇ। ਇੱਕ ਟਰਾਲੀ ਤੇ ਇੱਕ ਕਾਰ ਧੂ ਕੇ ਲੈ ਗਏ ਤੇ ਉਦੋਂ ਉੱਥੇ 32-34 ਲੋਕ ਮਰ ਗਏ ਸਨ ਜੀ। ਮੈਂ ਸਮਝਿਆ ਕਿ ਅੱਜ ਵਾਲੀ ਵੀ ਕੋਈ ਘਟਨਾ ਜਾਂ ਤਾਂ ਇਦਾਂ ਦੀ ਹੈ ਕਿ ਗੱਡੀ ਲੰਘ ਗਈ ਤੇ ਉਹਦੇ ਲੰਘਣ ਤੋਂ ਬਾਅਦ ਲੋਕੀ ਲੰਮੇ ਪਏ ਤੇ ਖਾਲੀ ਡੱਬਾ ਪਿੱਛੋਂ ਆ ਗਿਆ। ਬਾਅਦ ਵਿੱਚ ਪਤਾ ਲੱਗਦਾ ਕਿ ਨਹੀਂ, ਖਾਲੀ ਡੱਬਾ ਕੋਈ ਨਹੀਂ ਸੀ, ਸਾਰੀ ਗੱਡੀ ਇਕੱਠੀ ਆਈ ਹੈ, ਮਾਲ ਗੱਡੀ ਸੀ। ਉੱਦਾਂ ਸ਼ਾਇਦ ਉਹਦੇ 'ਚ ਮਾਲ ਨਹੀਂ ਸੀ, ਖਾਲੀ ਸੀ ਜੀ। ਤੇ ਉਹ ਉਹਨਾਂ ਦੇ ਉੱਪਰੋਂ ਲੰਘ ਗਈ ਹੈ। ਇਹ ਮਹਾਰਾਸ਼ਟਰ ਦੇ ਮਨਮਾੜ ਦੇ ਨੇੜੇ ਦੀ ਘਟਨਾ। ਪਰ ਇਹ ਕਿੱਦਾਂ ਦਾ ਦੇਸ਼ ਹੈ ਜਿਹਦੇ ਵਿੱਚ ਲੋਕ ਰਾਤ ਨੂੰ ਰੇਲ ਗੱਡੀਆਂ ਦੀਆਂ ਲਾਈਨਾਂ ਦੇ ਉੱਤੇ ਇਸ ਤਰ੍ਹਾਂ ਸੌਂ ਸਕਦੇ ਆ ਤੇ ਜਿਹਦੇ ਬਾਰੇ ਇਹੋ ਜਿਹੀ ਕੋਈ ਚਿੰਤਾ ਕਿਸੇ ਨੂੰ ਨਹੀਂ ਕਿ ਕਿੰਨੇ ਲੋਕ ਮਰਦੇ ਕਿੰਨੇ ਨਹੀਂ। ਅੱਜ ਹੁਣ ਦਿੱਲੀ ਤੋਂ ਇਸ ਗੱਲ ਦੀ ਦੌੜ ਲੱਗੀ ਆ ਕਿ ਸਭ ਤੋਂ ਪਹਿਲਾਂ ਕਿਹਦਾ ਸ਼ੋਕ ਸੰਦੇਸ਼ ਜਾਂਦਾ, ਕਿੰਨੀ ਛੇਤੀ ਕਿਸੇ ਦੀ ਮੀਡੀਆ 'ਚ ਗੱਲ ਆਉਂਦੀ ਹੈ, ਜਿਹੜੇ ਮਰ ਗਏ ਉਹ ਤਾਂ ਵਾਪਸ ਨਹੀਂ ਆਉਣ ਲੱਗੇ ਜੀ। ਇਹ ਬਹੁਤ ਵੱਡਾ ਦੁਖਾਂਤ ਹੈ ਕਿ ਆਜ਼ਾਦੀ ਤੋਂ 73 ਸਾਲ ਬਾਅਦ ਵੀ ਸਾਡੇ ਲੋਕ ਇੱਦਾਂ ਹੀ ਮਰੀ ਜਾ ਰਹੇ, ਇੱਦਾਂ ਹੀ। ਕੋਈ ਗੈਸ ਲੀਕ ਹੋ ਕੇ ਮਰ ਜਾਂਦਾ, ਕੋਈ ਰੇਲ ਦੇ ਉੱਤੇ ਸੁੱਤਾ ਮਰ ਜਾਂਦਾ। ਸਰਕਾਰਾਂ ਕਾਹਦੇ ਲਈ ਨੇ, ਸਮਝ ਨਹੀਂ ਲੱਗਦੀ ਕਿਹੋ ਜਿਹੀ ਡੈਮੋਕ੍ਰੇਸੀ। ਪਰ ਉਹ ਸਾਹਿਬ ਮੈਂ ਵੀ ਹੋ ਸਕਦਾ ਮੈਂ ਗਲਤ ਸੋਚਦਾ ਵਾਂ, ਪਰ ਮੇਰਾ ਸਵਾਲ ਇਹ ਹੈ ਵੀ ਜਿੱਦਣ ਦੁਸਹਿਰਾ ਕਾਂਡ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ, ਉਦਣ ਵੀ ਪਟੜੀ ਦੇ ਉੱਪਰ ਖਲੋਤੇ ਲੋਕ ਸੀ ਜਿਨ੍ਹਾਂ ਦੇ ਉੱਪਰ ਟ੍ਰੇਨ ਚੜੀ। ਹੁਣ ਭਾਵੇਂ ਚਲੋ ਲੋਕਡਾਊਨ ਆ, ਜੋ ਮਰਜ਼ੀ ਆ, ਹੁਣ ਪਟੜੀ ਤੇ ਪਟੜੀ ਹੈ ਨਾ ਜੀ। ਜੇ ਉਹ ਬੰਦਾ ਉਹਦੇ ਤੇ ਸੌਂਗਾ ਤੇ ਉਹ ਤੇ ਕਲੀਅਰ ਹੀ ਹੈ ਵੀ ਜੇ ਆਪਾਂ ਪ੍ਰੋਬੇਬਿਲਿਟੀ ਦੀ ਵੀ ਗੱਲ ਕਰੀਏ ਵੀ 10 ਵਾਰ ਟ੍ਰੇਨ ਨਹੀਂ ਆਈ, ਇੱਕ ਵਾਰ ਵੀ ਤੇ ਆ ਹੀ ਸਕਦੀ ਹੈ ਨਾ। ਹੁਣ ਉਹ ਜਿਹੜੀ ਸਮਝਦਾਨੀ ਆ ਉਹ ਤਾਂ ਨਹੀਂ ਨਾ ਸਰਕਾਰ ਨੇ ਇਕੱਲੇ ਟੀਕਾ ਲਾ ਕੇ ਭਰਨੀ ਜੀ। ਜਿਹੜਾ ਅੰਮ੍ਰਿਤਸਰ ਦਾ ਕੇਸ ਸੀ ਜੀ, ਬੜਾ ਰੌਲਾ ਪੈ ਗਿਆ ਜੀ। ਨਵਜੋਤ ਸਿੱਧੂ ਤੇ ਉਹਦੀ ਪਤਨੀ ਨਵਜੋਤ ਕੌਰ ਸਿੱਧੂ ਤੇ ਕੇਸ ਦਰਜ ਕਰਾ ਦਿਓ ਜੀ। ਨਵਜੋਤ ਸਿੰਘ ਸਿੱਧੂ ਤਾਂ ਉਦੋਂ ਕੇਰਲਾ ਤੋਂ ਚੜ੍ਹਿਆ ਸੀ ਤੇ ਜਹਾਜ਼ ਦੇ ਵਿੱਚ ਸੀ, ਇਹਨੂੰ ਤਾਂ ਪਤਾ ਨਹੀਂ ਐਕਸੀਡੈਂਟ ਕੀ ਹੋਇਆ। ਜਹਾਜ਼ ਤੇ ਚੜ੍ਹਨ ਤੋਂ ਪਹਿਲਾਂ ਇਹਨੇ ਘਰਵਾਲੀ ਨਾਲ ਗੱਲ ਕੀਤੀ ਤੇ ਮੁੜ ਕੇ ਜਹਾਜ਼ ਤੇ ਚੜ੍ਹ ਗਿਆ ਜੀ। ਜਦੋਂ ਇੱਥੇ ਆ ਕੇ ਉਤਰਿਆ ਤਾਂ ਪਤਾ ਲੱਗਾ ਐਡਾ ਵੱਡਾ ਹਾਦਸਾ ਹੋ ਗਿਆ। ਘਰਵਾਲੀ ਇਹਦੀ ਉੱਥੇ ਗਈ, 2 ਮਿੰਟ ਦੀ ਰਸਮ ਪੂਰਤੀ ਕਰਕੇ ਅੱਗੇ ਨਿਕਲ ਗਈ। ਉਹਨੂੰ ਕੀ ਪਤਾ ਪਿੱਛੇ ਕੀ ਹੁੰਦਾ ਪਿਆ। ਜੀ। ਇਹਨਾਂ ਮਨਜ਼ੂਰੀ ਲਈ ਸੀ, ਇੱਕ ਗਰਾਊਂਡ ਦੀ ਲਈ ਸੀ। ਗਰਾਊਂਡ ਤੋਂ 60 ਗਜ ਦੂਰ ਰੇਲਵੇ ਲਾਈਨ ਸੀ, ਰੇਲਵੇ ਲਾਈਨ ਦੀ ਮਨਜ਼ੂਰੀ ਤੇ ਨਾ ਕੋਈ ਨਹੀਂ ਸੀ। ਜੀ। ਜਿਹੜੇ ਪੁਲਿਸ ਵਿਭਾਗ ਨੇ, ਸਿਵਲ ਵਾਲਿਆਂ ਨੇ ਮਨਜ਼ੂਰੀ ਦਿੱਤੀ ਸੀ, ਉਹ ਬਾਅਦ 'ਚ ਆਪਣਾ ਪੱਖ ਲਕਾਉਣ ਵਾਸਤੇ ਇੱਦਾਂ ਦੀਆਂ ਕਹਾਣੀਆਂ ਪਾਉਂਦੇ ਫਿਰ। ਨਾਲ ਰੇਲਵੇ ਲਾਈਨ ਸੀ, ਰੇਲਵੇ ਫਾਟਕ ਸੀ। ਫਾਟਕ ਵਾਲੇ ਨੂੰ ਚਾਹੀਦਾ ਸੀ ਕਿ ਉਸ ਵਕਤ ਦੱਸ ਦਿੰਦਾ ਕਿ ਇਸ ਵੇਲੇ ਜੀ ਦੁਸਹਿਰਾ ਮਨਾਇਆ ਜਾ ਰਿਹਾ ਤੇ ਭੀੜ ਬੜੀ ਹੈ ਤੇ ਗੱਡੀਆਂ ਨੂੰ ਕਹਿ ਦਿਓ ਹੌਲੀ ਆਉਣ। ਗੱਡੀ ਪਹਿਲਾਂ ਇੱਕ ਆਈ ਲੋਕਾਂ ਤੇ ਚੜ੍ਹ ਗਈ ਫੁੱਲ ਸਪੀਡ ਤੇ ਫਿਰ ਦੂਸਰੀ ਆਈ, ਉਹ ਚੜ੍ਹ ਗਈ। ਦੋਵੇਂ ਦੂਸਰੀ ਅਗਲੇ ਪਾਸਿਓਂ ਆ ਗਈ ਕਿਉਂਕਿ ਉੱਥੇ ਡਬਲ ਲਾਈਨ ਹੈ, ਡਬਲ ਵੀ ਨਹੀਂ, ਉੱਥੇ ਟ੍ਰਿਪਲ ਲਾਈਨ ਹੈ। ਉਹ ਟ੍ਰਿਪਲ ਲਾਈਨ ਹੋਣ ਕਰਕੇ ਪਹਿਲਾਂ ਇੱਕ ਪਾਸੇ ਦੀ ਗੱਡੀ ਆ ਗਈ, ਫਿਰ ਦੂਸਰੇ ਪਾਸੇ ਦੀ ਆ ਗਈ, ਹੋ ਸਕਦਾ ਤੀਜੀ ਵੀ ਆ ਜਾਂਦੀ ਜੀ। ਉਹ ਇਸ ਤਰ੍ਹਾਂ ਦਾ ਸੀਗਾ। ਇਹਨਾਂ ਥਾਵਾਂ ਦੇ ਉੱਤੇ ਸਾਡੇ ਲੋਕ ਵੀ ਕੋਈ ਸੁਚੇਤ ਨਹੀਂ ਗਏ। ਅਸੀਂ ਹਰ ਮਹੀਨੇ 1-2 ਖਬਰਾਂ ਸੁਣ ਲੈਂਦੇ ਹਾਂ ਕਿ ਮੁੰਡਾ ਜਾ ਰਿਹਾ ਸੀ, ਕੰਨਾਂ 'ਚ ਟੂਟੀਆਂ ਲਾਈਆਂ ਸੀ, ਜੇਬ 'ਚ ਮੋਬਾਈਲ ਫੋਨ ਪਾਇਆ, ਗਾਣੇ ਸੁਣਦਾ ਜਾ ਰਿਹਾ ਸੀ, ਪਿੱਛੋਂ ਰੇਲਵੇ ਇੰਜਣ ਉਹ ਵਿਸਲਾਂ ਦਿੰਦਾ ਆ ਗਿਆ, ਸੀਟੀਆਂ ਮਾਰਦਾ ਆ ਗਿਆ, ਪਾਸੇ ਨਹੀਂ ਹਟਿਆ, ਮਿੱਧ ਕੇ ਲੰਘ ਗਿਆ। ਕੁੜੀ ਜਾ ਰਹੀ ਸੀ, ਕੁੜੀ ਉਸ ਵਕਤ ਕੰਨਾਂ 'ਚ ਟੂਟੀਆਂ ਲਾਈਆਂ ਸੀ। ਹੁਣ ਤੱਕ ਮੇਰਾ ਖਿਆਲ 20 ਤੋਂ ਵੱਧ ਮੁੰਡੇ ਕੁੜੀਆਂ ਇਸ ਤਰ੍ਹਾਂ ਮਰ ਚੁੱਕੇ ਆ ਜਿਹੜੇ ਤੁਰੇ ਜਾਂਦੇ ਆ ਕੰਨਾਂ ਦੇ ਵਿੱਚ ਹੈੱਡਫੋਨ ਲਾ ਕੇ ਤੇ ਉਹ ਗਾਣੇ ਸੁਣਦੇ ਜਾ ਰਹੇ ਨੇ ਜਾਂ ਕੋਈ ਹੋਰ ਪ੍ਰੋਗਰਾਮ ਸੁਣਦੇ ਜਾ ਰਹੇ ਨੇ, ਮਸਤ ਹੋਏ ਤੁਰੇ ਜਾਂਦੇ ਆ। ਉਹਨਾਂ ਨੂੰ ਇਹ ਵੀ ਚਿੰਤਾ ਨਹੀਂ ਕੋਈ ਸਾਨੂੰ ਲੁੱਟ ਕੇ ਲੈ ਜਾਊਗਾ, ਇਹ ਵੀ ਚਿੰਤਾ ਨਹੀਂ ਗੱਡੀ ਉੱਤੇ ਆ ਚੜੂਗੀ। ਸਾਡੇ ਇੱਥੇ ਜਿੰਨਾ ਚਿਰ ਤਾਂ ਲਾਕਡਾਊਨ ਕਰਫਿਊ ਨਹੀਂ ਲੱਗ ਗਿਆ,
ਹਰ ਹਫਤੇ ਇੱਕ ਦੋ ਇਹੋ ਜਿਹੀਆਂ ਖਬਰਾਂ ਆਉਂਦੀਆਂ ਸੀ। ਸੈਰ ਕਰਨ ਗਏ, ਤੁਰੇ ਆਉਂਦੇ ਸਨ, ਪਿੱਛੋਂ ਗੱਡੀ ਆਈ, ਉੱਤੇ ਚੜ੍ਹ ਗਈ, ਕੋਈ ਪਤਾ ਨਹੀਂ ਲੱਗਾ। ਤੇ ਹੁਣ ਤਾਂ ਕਰਫਿਊ ਲੱਗਾ, ਹੁਣ ਤਾਂ ਨਹੀਂ ਇਹੋ ਜਿਹੀਆਂ ਖਬਰਾਂ ਆਉਣੀਆਂ ਚਾਹੀਦੀਆਂ। ਕੱਲ੍ਹ ਪਠਾਨਕੋਟ ਤੋਂ ਆ ਗਈ ਹੈ, 3 ਬੀਬੀਆਂ ਗੁਰਦੁਆਰੇ ਮੱਥਾ ਟੇਕਣ ਗਈਆਂ, ਔਰ ਗੁਰਦੁਆਰੇ ਮੱਥਾ ਟੇਕ ਕੇ ਹਾਈਵੇ 'ਤੇ ਤੁਰੀਆਂ ਆਉਂਦੀਆਂ, ਪਿੱਛੋਂ ਇੱਕ ਲੱਦਿਆ ਟਿੱਪਰ ਆਇਆ, ਤੇ ਟਿੱਪਰ ਵਾਲੇ ਤੋਂ ਸੰਭਲਿਆ ਨਹੀਂ, ਪਤਾ ਨਹੀਂ ਉਹਨੂੰ ਅੱਖ ਲੱਗ ਗਈ ਕੀ ਹੈ। ਉਹ ਆਪਣੇ ਪਾਸੇ 'ਤੇ ਮਤਲਬ ਕੱਚੇ ਦੇ ਉੱਤੇ ਆ ਰਹੀਆਂ ਨੇ, ਸੜਕ 'ਤੇ ਨਹੀਂ ਆ ਰਹੀਆਂ ਜੀ। ਉਹਨੇ ਥੱਲੇ ਲਾਹ ਕੇ ਲਿਆ ਕੇ ਟਿੱਪਰ ਚਾੜ੍ਹਤਾ, 3 ਮਾਰ ਦਿੱਤੀਆਂ ਨੇ। ਇਹ ਭਾਰਤ ਵਿੱਚ ਤਾਂ ਮਤਲਬ ਇਸ ਤਰ੍ਹਾਂ ਕਿ ਤੁਸੀਂ ਜਿੱਧਰ ਵੀ ਜਾਂਦੇ ਆ, ਮੌਤ ਤੁਹਾਨੂੰ ਰਾਹ 'ਚ ਹੀ ਘੇਰਦੀ ਫਿਰਦੀ ਹੈ। ਜੀ ਨਹੀਂ, ਇਹਦੇ 'ਚ ਬੰਦਾ ਸਾਹਿਬ ਦੇਖੋ, ਮੈਂ ਆਪਣੀ ਉਹਨਾਂ ਦੇ ਨਾਲ ਹਮਦਰਦੀ ਆ, ਠੀਕ ਹੈ, ਜੋ ਹੋਇਆ ਗਲਤ ਹੋਇਆ, ਪਰ ਇਹ ਕਿਤੇ ਕਾਰਨ ਤਾਂ ਨਹੀਂ ਹੈ ਕਿ ਜਿਹੜੀ ਇਹ ਲੋਕਾਂ ਦੀ ਇਹ ਕਹਿ ਲਓ ਮਾਨਸਿਕਤਾ ਬਣ ਚੁੱਕੀ ਹੈ ਕਿ ਸਰਕਾਰ ਜੋ ਕਵੇ, ਬੋਰਡ ਜੋ ਕਵੇ, ਜੋ ਸਾਹਮਣੇ ਲਿਖਿਆ ਹੋਵੇ ਚੇਤਾਵਨੀ, ਉਹਨੂੰ ਨਹੀਂ ਆਪਾਂ ਮੰਨਣਾ ਤੇ ਆਪਾਂ ਆਪਣੀ ਮਰਜ਼ੀ ਕਰਨੀ। ਭਾਵੇਂ ਸੜਕ ਆ, ਭਾਵੇਂ ਉਹ ਕੋਈ ਟਰੈਕ ਆ, ਜੇ ਉੱਥੇ ਚੇਤਾਵਨੀ ਲਿਖੀ ਆ ਤੇ ਆਪਾਂ ਉਹਦੇ 'ਤੇ ਕੋਈ ਨਾ ਕੋਈ ਬਾਬਾ ਜੋਤਸ਼ੀ ਆਪਣਾ ਪੋਸਟਰ ਲਾਉਂਦਾ ਜਾਂ ਫਿਰ ਕੋਈ ਗਾਉਣ ਵਾਲੇ ਦਾ ਉਹਦੀ ਫੋਟੋ ਲੱਗ ਜਾਂਦੀ ਹੈ, ਆਪਾਂ ਉਹਨਾਂ ਚੇਤਾਵਨੀ ਬੋਰਡਾਂ ਨੂੰ ਵੀ ਨਹੀਂ ਕਦੀ ਪੜ੍ਹਦੇ। ਨਹੀਂ, ਕੁਝ ਨਾ ਸਮਝੀ ਵੀ ਹੁੰਦੀ ਆ। ਬਲਰਾਜ ਸਾਹਨੀ ਦੀ ਜਿਹੜੀ ਕਿਤਾਬ ਹੈ ਜੀ, ਉਹਨੂੰ ਪੜ੍ਹੋ, ਮੇਰੀ ਗੈਰ ਜਜ਼ਬਾਤੀ ਡਾਇਰੀ। ਉਹਦੇ ਵਿੱਚ ਉਹ ਕਹਿੰਦਾ ਕਿ ਮੇਰੇ ਕੋਲ ਬੈਠਿਆਂ ਅਸੀਂ ਗੱਲਾਂ ਕਰਦੇ ਪਏ ਸਾਂ, ਅਤੇ ਬੈਠਿਆਂ ਇੱਕ ਬੁੱਢੇ ਨੇ ਕਹਿਣਾ ਸ਼ੁਰੂ ਕਰਤਾ, ਮੈਂ ਕਾਤਲ ਹਾਂ, ਮੈਂ ਕਾਤਲ ਹਾਂ। ਅਤੇ ਉਹਨੇ ਆਖਿਆ, ਤੂੰ ਕਾਤਲ ਕਿਉਂ ਆ? ਅਤੇ ਉਹਨੇ ਆਖਿਆ, ਜੀ ਮੈਂ ਰੇਲ ਗੱਡੀ ਦਾ ਡਰਾਈਵਰ ਸਾਂ ਜੀ, ਅਤੇ ਮੇਰੀ ਗੱਡੀ ਥੱਲੇ ਆ ਕੇ ਇੰਨੇ ਲੋਕ ਮਾਰੇ ਗਏ। ਫਿਰ ਉਹਨੂੰ ਪੁੱਛਿਆ ਵੀ ਕੀ ਹੋਇਆ? ਕਹਿੰਦਾ, ਜੀ ਅੰਗਰੇਜ਼ਾਂ ਦਾ ਰਾਜ ਸੀ ਅਤੇ ਹੁਕਮ ਸੀ ਕਿ ਰਾਤ ਨੂੰ ਕੋਈ ਵੀ ਕਾਰਨ ਹੋਵੇ, ਬੰਦੇ ਆ ਕੇ ਨਹੀਂ, ਇੱਕ ਬੰਦਾ ਮਾਰਿਆ ਗਿਆ ਜੀ। ਉਹ ਕਹਿੰਦਾ, ਜੀ ਸਾਨੂੰ ਹੁਕਮ ਸੀ ਕਿ ਰਾਤ ਦੇ ਵਕਤ ਗੱਡੀ ਕਦੇ ਵੀ ਕਿਸੇ ਪੁਲ ਦੇ ਉੱਤੇ ਨਹੀਂ ਰੁਕਣੀ, ਜਾਂ ਪੁਲ ਤੋਂ ਪਹਿਲਾਂ ਰੁਕਣੀ ਹੈ ਜਾਂ ਪੁਲ ਤੋਂ ਅੱਗੇ ਜਾ ਕੇ ਰੁਕਣੀ ਹੈ। ਜੀ, ਅਸੀਂ ਪੁਲ 'ਤੇ ਇਸ ਕਰਕੇ ਨਹੀਂ ਰੋਕਦੇ ਕਿ ਲੋਕਾਂ ਨੂੰ ਸਮਝਦੇ ਹੁੰਦੀ ਨਹੀਂ ਸੀ। ਅਸੀਂ ਜਿੱਥੇ ਗੱਡੀ ਰੋਕਦੇ ਹਾਂ, ਲੋਕ ਸਮਝਦੇ ਸੀ ਸਟੇਸ਼ਨ ਆ ਗਿਆ। ਜਿਨ੍ਹਾਂ ਨੇ ਅਗਲੇ ਸਟੇਸ਼ਨ 'ਤੇ ਉਤਰਨਾ ਹੁੰਦਾ ਸੀ, ਉਹ ਇਹ ਸਮਝ ਕੇ ਕਿ ਸਾਡਾ ਸਟੇਸ਼ਨ ਆ ਗਿਆ, ਛਾਲਾਂ ਮਾਰ ਦਿੰਦੇ ਸੀ ਅਤੇ ਥੱਲੇ ਵਹਿੰਦੇ ਨਹੀਂ, ਅਤੇ ਨਹਿਰਾਂ 'ਚ ਜਾ ਡਿੱਗਦੇ ਸੀ। ਅਤੇ ਅੰਗਰੇਜ਼ਾਂ ਦਾ ਹੁਕਮ ਸੀ ਕਿ ਤੁਸੀਂ ਪੁਲ 'ਤੇ ਗੱਡੀ ਨਹੀਂ ਰੋਕਣੀ। ਕਹਿੰਦਾ, ਉੱਧਰੋਂ ਮੇਰੀ ਗੱਡੀ ਪੁਲ ਦੇ ਨੇੜੇ ਆ ਗਈ, ਉੱਧਰੋਂ ਮੈਂ ਵੇਖਿਆ ਕਿ ਰਾਤ ਦਾ ਵਕਤ ਹੈ ਅਤੇ ਇੱਕ ਬੰਦਾ ਪੁਲ ਪਾਰ ਕਰਨ ਵਾਸਤੇ ਅਤੇ ਉਹ ਰੇਲਵੇ ਲਾਈਨਾਂ ਦੇ ਉੱਤੇ ਤੁਰਿਆ ਜਾ ਰਿਹਾ। ਕਹਿੰਦਾ, ਮੈਂ ਸੀਟੀਆਂ ਦਿੱਤੀਆਂ, ਉਹ ਭੱਜ ਉੱਠਿਆ, ਮੈਂ ਬ੍ਰੇਕਾਂ ਲਾਈਆਂ, ਉਹ ਬਥੇਰਾ ਭੱਜਿਆ, ਪਰ ਉਹ ਵੱਡਾ ਚੌੜਾ ਦਰਿਆ ਦਾ ਪੁਲ ਸੀ। ਕਹਿੰਦਾ, ਮੈਂ ਬਹੁਤ ਹੌਲੀ ਕੀਤਾ, ਫਿਰ ਮੈਂ ਉਹਨੂੰ ਲਾਗੇ ਜਦੋਂ ਪਹੁੰਚ ਗਿਆ, ਮੈਂ ਆਵਾਜ਼ਾਂ ਮਾਰੀਆਂ, ਤੂੰ ਲੰਮਾ ਪੈ ਜਾ, ਉੱਤੋਂ ਗੱਡੀ ਲੰਘ ਜੂ। ਕਹਿੰਦਾ, ਉਹਨੂੰ ਸਮਝ ਹੀ ਨਹੀਂ ਆਈ। ਅਖੀਰ ਉਹ ਕਹਿੰਦਾ, ਮੇਰੇ ਰੋਕਦਿਆਂ ਵੀ ਗੱਡੀ ਉੱਤੇ ਚਲੀ ਗਈ। ਕਹਿੰਦਾ, ਮੈਨੂੰ ਇਹ ਜਾਪਦਾ ਕਿ ਮੇਰਾ ਕਸੂਰ, ਮੈਂ ਗੱਡੀ ਉੱਤੇ ਚਾੜ੍ਹ ਦਿੱਤੀ। ਹੁਣ ਆਹ ਜਿਹੜੀ ਗੱਲ ਹੈ ਕਿ ਉਹ ਇਸ ਗੱਲ ਦੇ ਉੱਤੇ ਗੈਰ ਜਜ਼ਬਾਤੀ ਡਾਇਰੀ ਜਿਹੜੀ ਆ ਬਲਰਾਜ ਸਾਹਨੀ ਦੀ, ਉਹਨੂੰ ਜੇ ਤੁਸੀਂ ਪੜ੍ਹੋ ਧਿਆਨ ਨਾਲ, ਅਤੇ ਫਿਰ ਸਾਨੂੰ ਸਮਝ ਆਉਂਦੀ ਹੈ ਕਿ ਅੱਜ ਵੀ ਸਾਡੇ ਲੋਕ ਜਿਹੜੇ ਪਿੰਡਾਂ ਵਿੱਚ ਨੇ, ਜਿਹੜੇ ਫੈਕਟਰੀਆਂ 'ਚ ਕੰਮ ਕਰਨ ਵਾਲੇ ਆ, ਇਹ ਬਹੁਤ ਸਾਰੇ ਸਿੱਧੜ ਨੇ। ਪਰ ਅੱਜ ਜੇ ਯੂਨੀਵਰਸਿਟੀਆਂ ਕਾਲਜਾਂ 'ਚ ਪੜ੍ਹਦੇ ਬੱਚੇ, ਜਿਨ੍ਹਾਂ ਨੂੰ ਪਤਾ ਕਿ ਅਸੀਂ ਰੇਲਵੇ ਲਾਈਨ 'ਤੇ ਜਾਂਦੇ ਪਏ ਹਾਂ ਅਤੇ ਗੱਡੀ ਆ ਸਕਦੀ ਹੈ, ਜੇ ਉਹ ਵੀ ਇਹੋ ਜਿਹੀਆਂ ਗਲਤੀਆਂ ਕਰ ਸਕਦੇ ਹਾਂ। ਸਾਡੇ ਗੁਰਬਾਣੀ 'ਚ ਆਉਂਦਾ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਏ। ਓਮੀ ਸਾਧ ਹੁੰਦਾ ਜਿਹੜਾ ਜਮਾਂਦਰੂ ਵੀ ਵਿਚਾਰਾ ਸਿੱਧੜ। ਜੀ, ਉਹ ਕਹਿੰਦੇ, ਜੇ ਪੜ੍ਹਿਆ ਲਿਖਿਆ ਵੀ ਗੁਨਾਹ ਕਰਦਾ, ਅਤੇ ਜਿਹੜੇ ਵਿਚਾਰੇ ਜਮਾਂਦਰੂ ਸਿੱਧੜ ਨੇ, ਉਹਨਾਂ ਦਾ ਕੀ ਕਸੂਰ ਅਸੀਂ ਕੱਢਾਂਗੇ? ਇਹ ਤਾਂ ਵਿਚਾਰੇ ਉਹਨਾਂ 'ਚ ਆਉਂਦੇ ਆ ਨਾ। ਜੀ। ਬਸ ਆਪਾਂ ਅਗਲੀ ਗੱਲ ਜਿਹੜੀ ਕਰਨੀ ਆ, ਉਹ ਕਰਨੀ ਆ ਏਮਸ ਦੇ ਇੱਕ ਡਾਇਰੈਕਟਰ ਦੀ ਕਹਿੰਦੇ ਆਈ ਹੈ ਸਟੇਟਮੈਂਟ। ਉਹਦੇ ਮੁਤਾਬਕ ਉਹ ਕਹਿੰਦੇ, ਜੀ ਜਿੱਦਾਂ ਹੁਣ ਤਾਂ ਇਹ ਕਿਹਾ ਜਾ ਰਿਹਾ ਕਿ ਭਾਰਤ ਦੇ ਬਹੁਤ ਕੰਟਰੋਲ ਕਰ ਲਿਆ, ਜੇ ਮਹੀਨਾ ਡੇਢ ਮਹੀਨਾ ਬੰਦ ਨਾ ਰੱਖਦੇ ਤੇ ਲੱਖਾਂ 'ਚ ਕੇਸ ਹੋ ਜਾਣੇ ਸੀ, ਆਪਾਂ ਸਾਰੀਆਂ ਬ੍ਰੇਕਾਂ ਲਾਤੀਆਂ, ਭਾਰਤ ਵੱਲ ਦੁਨੀਆ ਦੇਖ ਰਹੀ ਹੈ। ਪਰ ਡਾਇਰੈਕਟਰ ਸਾਹਿਬ ਇਹ ਕਹਿੰਦੇ ਹੈਗੇ, ਜੂਨ ਚੜ੍ਹ ਲੈਣ ਦਿਓ, ਤੁਸੀਂ ਖਲਾਰਾ ਦੇਖੋ ਕਿਵੇਂ ਪੈਂਦਾ, ਫਿਰ ਤੁਹਾਡੇ ਕੋਲੋਂ ਸਾਂਭਿਆ ਨਹੀਂ ਜਾਣਾ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ, ਸਮਝਾਓ ਜਰਾ। ਦੇਖੋ, ਜਿਹੜੀ ਗੱਲ ਏਮਸ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਿੱਲੀ ਦੇ ਹੈੱਡ ਨੇ ਆਖੀ ਹੈ, ਇਹੋ ਗੱਲ ਲਗਭਗ 2 ਦਿਨ ਪਹਿਲਾਂ ਅਮਰੀਕਾ ਤੋਂ ਇੱਕ ਰਿਪੋਰਟ ਆਈ ਸੀ, ਜਿਹਨੂੰ ਡੋਨਲਡ ਟਰੰਪ ਦੀ ਸਰਕਾਰ ਨੇ ਆਖਿਆ, ਜੀ ਨਾ ਅਸੀਂ ਇਹਨੂੰ ਰੱਦ ਕਰਦੇ ਹਾਂ, ਨਾ ਅਸੀਂ ਮੰਨਦੇ ਹਾਂ। ਇੱਕ ਬਸ ਸਪੋਜੀਸ਼ਨ ਅਗਲਿਆਂ ਨੇ ਮਨ 'ਚ ਸੋਚਿਆ ਵੀ ਇੱਦਾਂ ਹੋ ਸਕਦਾ ਜੀ ਕਿ ਅਮਰੀਕਾ 'ਚ ਲੱਖਾਂ ਮੌਤਾਂ ਹੋ ਸਕਦੀਆਂ ਨੇ, ਇਹ ਇੱਦਾਂ ਦੀ ਗੱਲ ਉਹਨਾਂ ਨੇ ਕਹਿ ਦਿੱਤੀ ਹੈ, ਪਰ ਅਸੀਂ ਇਹਨੂੰ ਰੱਦ ਨਹੀਂ ਕਰਦੇ ਅਤੇ ਮੰਨਦੇ ਵੀ ਨਹੀਂ, ਉਹਨੂੰ ਇੱਕ ਰਿਪੋਰਟ ਪਾਸੇ ਦੀ ਰਹਿਣ ਦਿੰਦੇ ਹਾਂ। ਉਸੇ ਤਰ੍ਹਾਂ ਹੀ ਹੁਣ ਸਾਡੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਡਾਇਰੈਕਟਰ ਨੇ ਆਖੀ ਹੈ, ਅਤੇ ਇਹਨੇ ਇਕੱਲੇ ਨੇ ਨਹੀਂ ਆਖੀ, ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਨਾਲ ਡੋਨਲਡ ਟਰੰਪ ਦੀ ਬਣਦੀ ਨਹੀਂ, ਉਹ ਵੀ ਇਹ ਕਹਿਣ ਡਿਆ ਕਿ ਅਗਲਿਆਂ ਮਹੀਨਿਆਂ ਦੇ ਵਿੱਚ ਇੱਕ ਉਬਾਲਾ ਹੋਰ ਆਉਣਾ ਅਤੇ ਬਿਮਾਰੀ ਬਹੁਤ ਤੇਜ਼ੀ ਨਾਲ ਵਧਣੀ। ਚੀਨ ਵਾਲਿਆਂ ਦਾ ਵੀ ਅੱਜ ਬਿਆਨ ਆ ਗਿਆ ਕਿ ਬਿਮਾਰੀ ਅਗਲੇ ਦਿਨਾਂ 'ਚ ਬੜੀ ਤੇਜ਼ੀ ਨਾਲ ਵੱਧ ਸਕਦੀ ਹੈ, ਤੁਸੀਂ ਅਵੇਸ ਲੈਣਾ, ਉਹ ਧਿਆਨ ਰੱਖੋ, ਬਿਮਾਰੀ ਵੱਧਦੀ ਜਾਂਦੀ ਜੇ। ਅਤੇ ਸਾਡੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਹੈੱਡ ਨੇ ਜੇ ਇਹ ਗੱਲ ਆਖੀ ਹੈ ਕਿ ਅਗਲਾ ਜੂਨ ਦਾ ਮਹੀਨਾ, ਉਦੋਂ ਤੱਕ ਜਾ ਕੇ ਬਿਮਾਰੀ ਭਾਰਤ ਵਿੱਚ ਸਿਖਰ 'ਤੇ ਪਹੁੰਚ ਜਾਣੀ। ਜੀ, ਸਿਖਰ 'ਤੇ ਪਹੁੰਚ ਜਾਣੇ ਦਾ ਕੀ ਮਤਲਬ? ਅਸੀਂ ਜਦੋਂ ਇੱਥੇ ਭਾਰਤ ਵਿੱਚ ਕੇਸ ਹੋਣ ਲੱਗੇ ਅਤੇ ਅਸੀਂ ਕਹਿੰਦੇ ਹਾਂ,
ਉਹ ਤੁਹਾਡਾ ਭਲਾ 20 ਕੇਸ ਹੋ ਗਏ, ਉਹ 50 ਕੇਸ ਹੋ ਗਏ, ਉਹ ਸੈਂਕੜਾ ਟੱਪ ਗਏ, ਲੈ ਵੀ 200 ਟੱਪ ਗਏ, ਹੁਣ ਤਾਂ 500 ਟੱਪ ਗਏ, ਹੁਣ 1000 ਟੱਪ ਗਏ। ਹੁਣ ਅਸੀਂ ਇਹ ਗਿਣਤੀ ਨਹੀਂ ਕਰਦੇ। ਕਿਉਂ ਨਹੀਂ ਕਰਦੇ ਜੀ? ਕਿਉਂਕਿ ਹੁਣ ਰੋਜ਼ ਦੇ ਰੋਜ਼ ਮੈਂ ਅੱਜ ਹੀ ਹੁਣੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਵੇਖਦਾ ਪਹਿਲਾਂ ਵੇਖਦਾ ਪਿਆ ਸੀ, ਸਾਡੇ ਕੋਲ ਕੇਸਾਂ ਦੀ ਗਿਣਤੀ ਹੁਣ 56,342 ਹੋ ਗਈ ਹੈ ਭਾਰਤ ਵਿੱਚ ਜੀ। ਤੇ ਹੈਰਾਨੀ ਦੀ ਗੱਲ ਇਹ ਆ ਕਿ ਇੱਕੋ ਰਾਤ ਦੇ ਵਿੱਚ 3390 10 ਹੀ ਘੱਟ ਹੈ, 3400 ਕੇਸ 24 ਘੰਟਿਆਂ 'ਚ ਵੱਧ ਗਏ ਜੀ। 24 ਘੰਟਿਆਂ 'ਚ 2400 ਕੇਸ ਨਹੀਂ, 3400 ਕੇਸ ਵੱਧ ਗਏ ਨੇ। ਇਹਦਾ ਮਤਲਬ ਕਿ ਹਰ ਘੰਟੇ 'ਚ 105-10 ਕੇਸ ਬਣੀ ਜਾ ਰਹੇ ਨੇ। ਦੂਸਰੀ ਗੱਲ ਇਹ ਕਿ ਕੱਲ੍ਹ ਜਿੰਨੇ ਮੈਂ ਮੌਤਾਂ ਦਾ ਅੰਕੜਾ ਦੱਸਿਆ ਸੀ, ਅੱਜ ਉਹ ਵੱਧ ਕੇ 1886 ਹੋ ਗਿਆ ਔਰ ਇੱਕੋ ਦਿਨ ਦੇ 24 ਘੰਟਿਆਂ 'ਚ 103 ਮੌਤਾਂ ਹੋਰ ਹੋ ਗਈਆਂ ਨੇ। ਕਿੱਥੇ ਤੇ ਅਸੀਂ ਕਹਿੰਦੇ ਸੀ ਕੇਸ 20 ਹੋ ਗਏ, 30 ਹੋ ਗਏ, 50 ਹੋ ਗਏ, ਤੇ ਕਿੱਥੇ ਇਹ ਆ ਕਿ ਕੇਸ 20, 30, 50 ਨਹੀਂ, ਇੱਕੋ ਰਾਤ ਦੇ ਵਿੱਚ 103 ਮੌਤਾਂ ਹੋਰ ਹੋ ਗਈਆਂ ਤੇ ਭਾਰਤ ਵਿੱਚ ਮੌਤਾਂ ਦਾ ਅੰਕੜਾ 1886 ਤੱਕ ਪਹੁੰਚ ਗਿਆ ਜੀ। ਇਹ ਜਦੋਂ ਇੱਥੇ ਹੋ ਜਾਵੇ ਤੇ ਇਹ ਬਹੁਤ ਵੱਡੀ ਗੱਲ ਹੈ। ਮੈਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਅੰਕੜੇ ਬੜੇ ਧਿਆਨ ਨਾਲ ਵੇਖਦਾ ਪਿਆ ਸਾਂ। ਕੱਲ੍ਹ ਨਾਲੋਂ ਅੱਜ ਮਹਾਰਾਸ਼ਟਰ 'ਚ ਵੀ ਮੌਤਾਂ ਦੀ ਗਿਣਤੀ ਵੱਧ ਗਈ ਹੈ। ਅੱਜ ਉੱਥੇ 694 ਮੌਤਾਂ ਹੋ ਗਈਆਂ, 6 ਹੀ ਘੱਟ ਹੈ, 700 ਹੋ ਗਈਆਂ ਸਮਝ ਲਓ ਜੀ। ਗੁਜਰਾਤ ਦੇ ਵਿੱਚ ਮੌਤਾਂ ਉਦੋਂ ਨਹੀਂ ਹੋਣੀਆਂ ਸ਼ੁਰੂ ਹੋਈਆਂ ਸੀ ਜਦੋਂ ਦਿੱਲੀ 'ਚ 35-40 ਤੋਂ ਟੱਪ ਗਏ ਸੀ, ਪਰ ਉਹ ਤਾਂ ਮੁੜ ਕੇ ਜਾਂਦੇ ਜਾਂਦੇ ਖਲੋ ਗਏ 54 ਤੇ 55 ਤੇ 56 ਤੇ ਫਿਰ ਇੱਕ ਇੱਕ ਮੌਤ ਹੋਣ ਲੱਗ ਪਈ ਤੇ ਅਜੇ ਤੱਕ ਉੱਥੇ 66 ਹੋਈਆਂ ਨੇ ਜੀ। ਤੇ ਜਿਹੜਾ ਗੁਜਰਾਤ ਉਦੋਂ ਤੁਰਿਆ ਜਦੋਂ ਦਿੱਲੀ 'ਚ 40 ਹੋ ਚੁੱਕੀਆਂ ਸੀ, ਉਹਦੇ ਵਿੱਚ ਮੌਤਾਂ ਚਲਦੀਆਂ ਚਲਦੀਆਂ 1 ਨਹੀਂ, 2 ਨਹੀਂ, 10 ਨਹੀਂ, 20 ਨਹੀਂ, 100 ਨਹੀਂ, 200 ਨਹੀਂ, 300 ਨਹੀਂ, ਹੁਣ ਤੱਕ 425 ਮੌਤਾਂ ਹੋ ਗਈਆਂ ਨੇ। ਧੜਾ ਧੜ ਮੌਤਾਂ ਹੋ ਰਹੀਆਂ ਨੇ। ਤੇ ਗੁਜਰਾਤ ਤਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ, ਕੋਈ ਦੂਜਾ ਸੂਬਾ ਹੋਵੇ, ਕਾਂਗਰਸੀ ਸਰਕਾਰ ਹੋਵੇ ਤੇ ਅਸੀਂ ਆਖੀਏ ਜੀ ਕੇਂਦਰ ਮਦਦ ਨਹੀਂ ਕਰਦਾ, ਪਰ ਉੱਥੇ ਤੇ ਇਹਨਾਂ ਦੀ ਆਪਣੀ ਸਰਕਾਰ ਹੈ ਜੀ। ਔਰ ਨਰਿੰਦਰ ਮੋਦੀ ਦੇ ਆਪਣਾ ਜਿਹੜਾ ਚੋਣ ਹਲਕਾ ਸੀ ਵਡੋਦਰਾ, ਨਾ ਤਾਂ ਉਹਦਾ ਵਡੋਦਰਾ, ਅਸੀਂ ਬੜੌਦਾ ਕਹਿੰਦੇ ਰਹੇ, ਉਸ ਬੜੌਦਾ ਵਿੱਚ, ਸੂਰਤ ਵਿੱਚ ਤੇ ਅਹਿਮਦਾਬਾਦ 'ਚ ਮੁੜ ਮੁੜ ਕੇ ਉੱਥੇ ਮੌਤਾਂ ਹੋ ਰਹੀਆਂ ਨੇ ਤਾਂ ਉਹ ਨਹੀਂ ਸੰਭਾਲੀਆਂ ਜਾ ਰਹੀਆਂ। ਮੱਧ ਪ੍ਰਦੇਸ਼ ਦੇ ਵਿੱਚ ਸਿਰਫ 7 ਹੀ ਘੱਟ ਨੇ, 200 ਹੋ ਗਈਆਂ, 193 ਮੌਤਾਂ ਹੋਈਆਂ ਉੱਥੇ। ਰਾਜਸਥਾਨ ਦੇ ਵਿੱਚ ਪਹਿਲਾਂ ਭੀਲਵਾੜਾ ਤੋਂ ਤੁਰੇ ਸੀ, ਭੀਲਵਾੜਾ ਦੇ ਵਿੱਚ ਇੱਕੋ ਮੌਤ ਉੱਥੇ ਰੁਕ ਗਏ। ਉਦੋਂ ਬਾਅਦ ਜੈਪੁਰ ਰਾਜਧਾਨੀ ਤੇ ਜੋਧਪੁਰ, 2 ਵੱਡੇ ਸ਼ਹਿਰਾਂ 'ਚ ਮੌਤਾਂ ਧੜਾ ਧੜ ਹੋ ਰਹੀਆਂ ਨੇ ਤੇ ਹੁਣ ਤੱਕ 97 ਉੱਥੇ ਹੋ ਗਈਆਂ, 3 ਹੀ ਘੱਟ ਹੈ। ਭੜਕ ਤੱਕ ਸ਼ਾਇਦ 100 ਹੀ ਹੋ ਜਾਵੇ, ਸੁੱਖ ਮੰਗੀ ਅਸੀਂ। ਯੂਪੀ ਦੇ ਵਿੱਚ 60 ਤੋਂ ਟੱਪ ਗਈਆਂ ਨੇ, ਇੱਥੇ ਮਗਰੋਂ ਸ਼ੁਰੂ ਹੋਈਆਂ ਪਰ ਹੁਣ ਬੜੀ ਤੇਜ਼ੀ ਨਾਲ ਵੱਧ ਰਹੀਆਂ। ਸੋਚਣ ਵਾਲੀ ਗੱਲ ਇਹ ਆ ਕਿ ਬਹੁਤ ਗਰੀਬੀ ਮਾਰਿਆ ਬਿਹਾਰ ਹੈ, ਉੱਥੇ ਅਜੇ ਤੱਕ ਸਿਰਫ 5 ਮੌਤਾਂ ਹੋਈਆਂ ਨੇ ਜੀ। ਕਿਉਂਕਿ ਗਰੀਬੀ ਮਾਰਿਆ ਨਾ ਉਹਨਾਂ ਕੋਲ NRI ਆਉਂਦਾ, ਕੋਈ ਨਾ ਕੋਈ ਵਿਦੇਸ਼ ਤੋਂ ਆਉਂਦਾ, ਨਾ ਕੋਈ ਵਿਦੇਸ਼ੀ ਕੰਪਨੀ ਉੱਥੇ ਆਉਂਦੀ ਹੈ, ਨਾ ਕੋਈ ਵਿਦੇਸ਼ੀ ਜਿਹੜਾ ਮਾਲ ਵੇਚਣ ਵਾਲਾ ਆਉਂਦਾ, ਨਾ ਕੋਈ ਕੱਚਾ ਮਾਲ ਖਰੀਦਣ ਆਉਂਦਾ। ਇਸ ਕਰਕੇ ਉੱਥੇ ਬਾਹਰੋਂ, ਕਿਉਂਕਿ ਵਿਦੇਸ਼ ਤੋਂ ਬਹੁਤਾ ਕੁਝ ਨਹੀਂ ਆ ਰਿਹਾ, ਸ਼ਹਿਰਾਂ ਦੇ ਲੋਕ ਵੀ ਪਿੰਡਾਂ 'ਚ ਬਹੁਤ ਘੱਟ ਜਾਂਦੇ ਆ। ਉੱਥੇ ਹੁਣ ਤੱਕ ਸਿਰਫ 5 ਮੌਤਾਂ ਹੋਈਆਂ ਨੇ ਤੇ ਹੁਣ ਤੱਕ ਸਾਡੇ ਪੰਜਾਬ ਦੇ ਵਿੱਚ 1700 ਕੇਸ ਹੋ ਗਏ ਤੇ ਬਿਹਾਰ ਜਿਹੜਾ 3 ਪੰਜਾਬਾਂ ਤੋਂ ਵੱਡਾ, ਉੱਥੇ ਅਜੇ ਤੱਕ ਸਿਰਫ 550 ਕੇਸ ਨੇ ਜੀ। ਜਿਹੜਾ ਕੇਰਲਾ, ਉਹ ਬੜਾ ਪੜ੍ਹਿਆ ਲਿਖਿਆ, ਉੱਥੇ ਵਿਦੇਸ਼ ਤੋਂ ਵੀ ਲੋਕ ਬਹੁਤ ਆਉਂਦੇ ਨੇ। NRI ਵੀ ਸਾਡੇ ਪੰਜਾਬ ਨਾਲੋਂ ਵੱਧ ਉੱਥੋਂ ਦੇ ਹੋਣਗੇ, ਘੱਟ ਨਹੀਂ ਹੋਣਗੇ ਜੀ। ਪਰ ਉਸ ਰਾਜ ਦੇ ਵਿੱਚ ਉਹਨਾਂ ਨੇ ਕੰਮ ਐਡਾ ਵਧੀਆ ਕੀਤਾ ਕਿ ਹੁਣ ਤੱਕ 4 ਮੌਤਾਂ ਹੋਈਆਂ ਨੇ ਔਰ ਸਿਰਫ 503 ਕੇਸ ਹੁਣ ਤੱਕ ਹੋਏ ਨੇ। ਉੜੀਸਾ ਦੇ ਵਿੱਚ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਐਡਾ ਵਧੀਆ ਕੰਮ ਕੀਤਾ ਕਿ ਅੱਜ ਤੱਕ ਸਿਰਫ 2 ਮੌਤਾਂ ਹੋਈਆਂ ਨੇ ਤੇ 219 ਕੇਸ ਨੇ ਜੀ। ਸਾਡੇ ਨਾਲ ਉਹ ਚੰਗੇ ਨਹੀਂ, ਉਹਨਾਂ ਸੰਭਾਲ ਲਿਆ। ਹੁਣ ਜਿਹੜਾ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਾ ਡਾਇਰੈਕਟਰ ਕਹਿੰਦਾ, ਜਿਹੜੀ ਗੱਲ ਉਹਨੇ ਆਖੀ ਹੈ ਉਹਨੂੰ ਅਸੀਂ ਧਿਆਨ ਨਾਲ ਵੇਖੀਏ ਤੇ ਜਿਹੜੇ ਸੂਬਿਆਂ ਦੇ ਵਿੱਚ, ਜਿਹੜੇ ਰਾਜਾਂ ਦੇ ਵਿੱਚ ਲਾਪਰਵਾਹੀ ਹੈ, ਉਹਨਾਂ ਰਾਜਾਂ 'ਚ ਮੌਤਾਂ ਵੀ ਵੱਧ ਰਹੀਆਂ, ਕੇਸ ਵੀ ਵੱਧ ਰਹੇ ਨੇ। ਇਹ ਜੇ ਕੇਸ ਇੱਥੇ ਵੱਧਦੇ ਰਹੇ ਤੇ ਇੱਥੇ ਨਹੀਂ ਰਹਿਣੇ। ਆੜੀਆਂ ਗੱਡੀਆਂ ਭਰ ਕੇ ਇੱਥੋਂ ਜਾਂਦੀਆਂ ਪਈਆਂ ਯੂਪੀ ਬਿਹਾਰ ਨੂੰ, ਇਹ ਭੀੜਾਂ ਜਿਹੜੀਆਂ ਜਾ ਰਹੀਆਂ ਨੇ ਆਪਣੇ ਨਾਲ ਕੁਛ ਨਾ ਕੁਛ ਇੱਕ ਸ਼ਿਕੂ ਭਰ ਕੇ ਕੇਸਾਂ ਦਾ ਵੀ ਤੇ ਲੈ ਕੇ ਜਾਣਗੇ। ਜਿੱਥੇ ਹੁਣ ਤੱਕ ਕੇਸ ਨਹੀਂ ਪਹੁੰਚੇ ਹੁਣ ਪਹੁੰਚਣਗੇ। ਇਹ ਜਿਹੜੇ ਪੰਜਾਬ ਤੋਂ ਗਏ ਨੇ ਐਡੀਆਂ ਗੱਡੀਆਂ ਭਰ ਕੇ, ਜਿਹੜੀਆਂ ਗੱਡੀਆਂ ਮਹਾਰਾਸ਼ਟਰ ਤੋਂ ਆ ਰਹੀਆਂ ਨੇ, ਜਿਹੜੇ ਪੈਦਲ ਲੋਕ ਚੱਲ ਕੇ ਆ ਰਹੇ ਨੇ, ਕੀ ਪਤਾ ਕੱਲ੍ਹ ਨੂੰ ਕੀ ਬਣਨਾ। ਉਹਦੀ ਗੱਲ ਦੇ ਵਿੱਚ ਵਜਨ ਹੈ ਕਿ ਜੂਨ ਸਾਡੇ ਵਾਸਤੇ ਬੜੀ ਖਤਰਨਾਕ ਹੈ, ਸਾਰਿਆਂ ਨੂੰ ਉਹਦਾ ਖਿਆਲ ਰੱਖਣਾ ਚਾਹੀਦਾ, ਬਚ ਕੇ ਰਹਿਣਾ ਚਾਹੀਦਾ ਜੀ। ਹੁਣ ਸਰ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ 'ਚ ਹੁਣ ਜਿੱਦਾਂ ਮੁੱਖ ਮੰਤਰੀ ਪੰਜਾਬ ਨੇ PM ਸਾਹਿਬ ਨੂੰ ਇਹ ਪੁੱਛਿਆ ਕਿ ਮਹਾਰਾਜ ਤੁਸੀਂ ਜੋ ਕਹਿੰਦੇ ਹੋ ਅਸੀਂ ਉਸ ਹਿਸਾਬ ਨਾਲ ਕਰੀ ਜਾਂਦੇ ਹਾਂ। ਈਵਨ ਜੇ ਆਪਾਂ ਕਰਫਿਊ ਦੀ ਗੱਲ ਕਰੀਏ ਤੇ ਉਹ ਵੀ ਪੰਜਾਬ ਨੇ ਸਭ ਤੋਂ ਪਹਿਲਾਂ ਲਾਇਆ ਸੀ। ਹੁਣ ਵੀ ਸ਼ਾਇਦ ਆ 17 ਤੋਂ ਵਧਾਉਣ ਦੀ ਗੱਲ ਚੱਲਦੀ ਪਈ ਹੈ ਵੀ ਸ਼ਾਇਦ ਲੋਕਡਾਊਨ ਆਪਾਂ ਵਧਾ ਦਈਏ। ਪਰ ਇਹ ਸਾਰੇ ਕੁਝ ਜਿਹੜੀ ਉਹਨਾਂ ਨੇ ਇਹ ਕਨਫਿਊਜ਼ਨ ਰੱਖੀ ਹੈ ਕਿ ਵੀ ਸਾਨੂੰ ਸਮਝਾਓ ਤੇ ਸਹੀ ਵੀ ਇਹ ਲੋਕਡਾਊਨ ਨੂੰ ਕਿਸ ਫੇਜ਼ ਦੇ ਹਿਸਾਬ ਨਾਲ ਤੁਸੀਂ ਖਤਮ ਕਰਨਾ, ਐਗਜ਼ਿਟ ਕਰਨ ਦਾ ਤਰੀਕਾ ਪਲਾਨ ਕੀ ਹੈ?
ਦੇਖੋ ਅਸੀਂ ਇੱਕ ਚੱਕਰ ਵਿੱਚ ਫਸ ਗਏ, ਉਹਦੇ ਵਿੱਚੋਂ ਐਗਜ਼ਿਟ ਵਾਲਾ ਕੋਈ ਦਰਵਾਜ਼ਾ ਲੱਭਦਾ ਨਹੀਂ ਪਿਆ। ਜੀ ਪ੍ਰਧਾਨ ਮੰਤਰੀ ਸਾਹਿਬ ਵੀ ਕਹਿੰਦੇ ਆ ਕੁਝ ਨਾ ਕੁਝ ਖੁੱਲ੍ਹਾਂ ਦੇਣੀਆਂ ਪੈਣੀਆਂ, ਕਿੰਨਾ ਕੁ ਚਿਰ ਰੋਕਿਆ ਜਾ ਸਕਦਾ। ਰੋਕਣ ਲੱਗਿਆ ਤੇ ਇਹ ਸੀ ਕਿ 15-20 ਦਿਨ ਦੀ ਗੱਲ ਹੈ, ਚਲੋ ਮਹੀਨੇ ਤੱਕ ਨਹੀਂ, 1.5 ਮਹੀਨੇ ਤੱਕ ਮੁੱਕ ਜੂ। ਹੁਣ ਤਾਂ 1.5 ਮਹੀਨੇ ਤੋਂ ਵੱਧ ਹੋ ਗਿਆ। ਜੀ ਲੋਕ ਵੀ ਅੰਦਰੀ ਤੜੇ ਕਹਿੰਦੇ ਆ ਕਿ ਕਮਾਈਏ ਕਿੱਥੋਂ, ਖਾਵਾਂਗੇ ਖਾਈਏ ਕਿੱਥੋਂ, ਸਰਕਾਰ ਕਿੰਨਾ ਕੁ ਦੇ ਦੂ। ਫੈਕਟਰੀਆਂ ਵਾਲੇ ਵੀ ਕਹਿੰਦੇ ਆ ਜੀ ਅਸੀਂ ਕੰਮ ਕਰਨਾ, ਜੀ ਸ਼ਾਪਿੰਗ ਕੰਪਨੀਆਂ, ਵੱਡੀਆਂ ਵੱਡੀਆਂ ਕੰਪਨੀਆਂ ਸਾਰੀਆਂ ਉਹ ਕਹਿੰਦੇ ਜੀ ਅਸੀਂ ਕੰਮ ਕਰਨਾ, ਸਾਨੂੰ ਕੰਮ ਦਾ ਮੌਕਾ ਦਿਓ, ਕਰਨ ਦਿਓ। ਉਹਦੇ 'ਚ ਕੇਂਦਰ ਸਰਕਾਰ ਨੇ ਕਹਿ ਦਿੱਤਾ ਤੁਸੀਂ ਇੰਨੀਆਂ ਕੁ ਦੁਕਾਨਾਂ ਖੋਲ੍ਹ ਦਿਓ, ਇਹਨਾਂ ਆਖਿਆ ਲਓ ਜੀ ਅਸੀਂ ਖੋਲ੍ਹ ਦਿੰਦੇ ਹਾਂ। ਜੀ ਉਹਨਾਂ 'ਚੋਂ ਜਿਹੜੇ ਇਲਾਕੇ ਰੈੱਡ ਜ਼ੋਨ 'ਚ ਆ ਉਹਨਾਂ 'ਚ ਪਾਬੰਦੀਆਂ, ਬਾਕੀਆਂ 'ਚ ਆਖਿਆ ਖੋਲ੍ਹ ਦਿੰਦੇ ਹਾਂ। ਕੇਂਦਰ ਸਰਕਾਰ ਨੇ ਆਖਿਆ ਸ਼ਰਾਬ ਦੇ ਠੇਕੇ ਖੋਲ੍ਹ ਦਿਓ, ਇਹਨੇ ਆਖਿਆ ਜੀ ਖੋਲ੍ਹ ਦਿੰਦੇ ਹਾਂ। ਉਹਨਾਂ ਨੇ ਆਖਿਆ ਕਿ ਤੰਬਾਕੂ ਵਾਲੇ ਵੀ ਖੋਲ੍ਹ ਦਿਓ, ਆਖਿਆ ਉਹ ਵੀ ਖੋਲ੍ਹ ਦਿੰਦੇ ਹਾਂ। ਆਪਣੇ ਤੌਰ 'ਤੇ ਇਹਨਾਂ ਨੇ ਅਜੇ ਤੱਕ ਕੋਈ ਨਹੀਂ ਖੋਲ੍ਹਿਆ। ਜਿੰਨਾ ਕੇਂਦਰ ਸਰਕਾਰ ਕਹਿੰਦੀ ਹੈ, ਹਾਲਾਂਕਿ ਆਪਣੇ ਤੌਰ 'ਤੇ ਖੋਲ੍ਹ ਸਕਦੇ, ਕੇਂਦਰ ਸਰਕਾਰ ਇਤਰਾਜ਼ ਕਰੇ ਤਾਂ ਬਾਅਦ 'ਚ ਵੇਖਿਆ ਜੋ, ਜੀ ਪਰ ਇਹਨਾਂ ਨੇ ਆਪਣੇ ਤੌਰ 'ਤੇ ਕੋਈ ਨਹੀਂ ਖੋਲ੍ਹਿਆ। ਜਿੰਨਾ ਕੇਂਦਰ ਸਰਕਾਰ ਕਹਿੰਦੀ ਉਹਨਾਂ ਨਾਲ ਖੋਲ੍ਹੀ ਜਾਂਦੇ। ਇਹ ਕਹਿੰਦੇ ਪਰ ਉਹਦੇ ਤੋਂ ਬਾਅਦ ਦਾ ਪਲਾਨ ਕੀ ਆ? ਜਦੋਂ ਸਾਰੇ ਪਾਸੇ ਦੱਸਿਆ ਜਾ ਰਿਹਾ ਕਿ ਲਾਕਡਾਊਨ ਖੁੱਲ੍ਹਦੇ ਸਾਰੇ ਮਹਿੰਗਾਈ ਵੀ ਬੜੀ ਤੇਜ਼ੀ ਨਾਲ ਵਧਣੀ, ਜੀ ਗਰੀਬੀ ਵੀ ਬੜੀ ਤੇਜ਼ੀ ਨਾਲ ਵਧਣੀ, ਔਰ ਸਭ ਤੋਂ ਵੱਡੀ ਗੱਲ ਇਹ ਕਿ ਬੇਰੁਜ਼ਗਾਰੀ, ਨੌਕਰੀਆਂ ਬਹੁਤ ਖੁੱਸ ਜਾਣੀਆਂ, ਫੈਕਟਰੀਆਂ ਬਹੁਤ ਬੰਦ ਹੋ ਜਾਣੀਆਂ। ਆ ਮੀਡੀਆ ਵਾਲੇ ਵੱਡੇ ਵੱਡੇ ਚੈਨਲ, ਇਲੈਕਟ੍ਰੋਨਿਕ ਚੈਨਲ ਜਿਹੜੇ ਜੀ। ਨੇ, ਟੀਵੀ ਚੈਨਲ, ਉਹ ਬਾਂਹ ਕਰਦੇ ਸਰਕਾਰ ਕੋਲ ਕਿ ਸਾਡਾ ਚੈਨਲ ਡੁੱਬ ਚੱਲਿਆ ਜੀ, ਸਾਡੀ ਬਾਂਹ ਫੜੋ। ਅਖਬਾਰਾਂ ਵੱਡੀਆਂ ਵੱਡੀਆਂ ਨੇ ਬੰਦੇ ਕੱਢਣੇ ਸ਼ੁਰੂ ਕਰ ਦਿੱਤੇ। ਉਹ ਕਹਿੰਦੇ ਜੀ ਇੰਨਾ ਖਰਚਾ ਨਹੀਂ ਅਸੀਂ ਦੇ ਸਕਦੇ। ਜਿਹੜੀਆਂ ਅਖਬਾਰਾਂ 20-22 ਪੇਜ ਛਾਪਦੀਆਂ ਸੀ, ਅੱਜ 8-10 ਪੇਜ ਛਾਪਦੀਆਂ ਪਈਆਂ ਨੇ। ਜੀ ਉਹ ਕਹਿੰਦੇ ਜੀ ਕਿਸੇ ਕਿਸਮ ਦਾ ਕੋਈ ਜਦੋਂ ਕਾਰੋਬਾਰ ਨਹੀਂ ਚੱਲਦਾ ਤੇ ਐਡ ਕਾਹਦੇ ਦੇਣਗੀਆਂ ਕੰਪਨੀਆਂ? ਕੋਈ ਕੰਪਨੀ ਐਡ ਨਹੀਂ ਦੇ ਰਹੀ। ਜੀ ਸਿਰਫ ਸਰਕਾਰ ਦਾ ਇਸ਼ਤਿਹਾਰ ਹੁੰਦਾ ਕਿਸੇ ਨਾ ਕਿਸੇ ਪੁਰਬ ਦੇ ਨਾਲ ਬਣਾ ਕੇ ਜਾਂ ਕਿਸੇ ਹੋਰ ਤਿਉਹਾਰ ਨਾਲ ਬਣਾ ਕੇ ਉਹ ਆ ਜਾਂਦਾ, ਹੋਰ ਕੋਈ ਆ ਹੀ ਨਹੀਂ ਰਿਹਾ, ਬਿਲਕੁਲ ਬੰਦ ਹੈ। ਤੇ ਆਪਣੇ ਪੱਲਿਓਂ ਜਿਹੜਾ 6 ਰੁਪਏ ਕਾਸਟ ਕਰਦਾ ਅਖਬਾਰ ਹੈ, ਲਾਗਤ ਉਹਦੀ 6 ਰੁਪਏ ਆਉਂਦੀ ਆ, ਉਹ 3 ਰੁਪਏ ਵੇਚ ਕੇ ਤੇ ਇਹਨਾਂ ਨੇ ਘਾਟਾ, ਇਹ ਅਖਬਾਰਾਂ ਕਿੱਦਾਂ ਜਰ ਲੈਣਗੀਆਂ? ਅਖਬਾਰਾਂ ਵਾਸਤੇ ਵੀ ਮੁਸੀਬਤ ਬਣੀ ਪਈ ਹੈ। ਇਹੀ ਗੱਲ ਬਾਕੀ ਸਾਰੇ ਮਾਮਲਿਆਂ 'ਚ ਹੈ। ਫੈਕਟਰੀਆਂ ਜਦੋਂ ਬੰਦ ਹੁੰਦੀਆਂ ਪਈਆਂ ਨੇ, ਉਹਦਾ ਕਰਕੇ ਹੁਣ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਹ ਗੱਲ ਬੜੀ ਸਾਫ਼ ਆਖੀ ਹੈ ਪ੍ਰਧਾਨ ਮੰਤਰੀ ਨੂੰ ਕਿ ਤੁਸੀਂ ਸਾਨੂੰ ਬਾਕੀ ਸਾਰੀਆਂ ਹਦਾਇਤਾਂ ਕਰਦੇ ਆ, ਸਾਨੂੰ ਘੱਟੋ ਘੱਟ ਇਹ ਤਾਂ ਦੱਸ ਦਿਓ ਕਿ ਜਦੋਂ ਲਾਕਡਾਊਨ ਆਪਾਂ ਖੋਲ੍ਹਣਾ ਉਹਦੇ ਵਾਸਤੇ ਤੁਹਾਡਾ ਐਗਜ਼ਿਟ ਪਲਾਨ ਕੀ ਹੈ। ਜੀ ਤੁਸੀਂ ਕੋਈ ਗੱਲ ਹੀ ਨਹੀਂ ਦੱਸਦੇ। ਪ੍ਰਧਾਨ ਮੰਤਰੀ ਸਾਡੇ ਦੀ ਇੱਕ ਆਦਤ ਹੈ, ਉਹ ਜੇ ਨੋਟਬੰਦੀ ਕੀਤੀ ਤੇ ਰਾਤ ਨੂੰ 8 ਵਜੇ ਕੀਤੀ, ਅੱਧੀ ਰਾਤ ਨੂੰ ਲੋਕਾਂ ਨੂੰ ਭਾਜੜ ਪੈ ਗਈ, ਕੋਈ ਪੈਟਰੋਲ ਪੰਪਾਂ ਤੇ ਟੈਂਕੀਆਂ ਭਰਾਉਣ ਤੁਰ ਪਿਆ, 4 ਪੈਸੇ ਉੱਥੇ ਖਰਚ ਕਰੋ। ਕਿਸੇ ਨੇ ਰਾਤੋਂ ਰਾਤ ਜਾ ਕੇ ਰੇਲਵੇ ਦੀਆਂ ਟਿਕਟਾਂ ਬੁੱਕ ਕਰਾਤੀਆਂ ਤਾਂ ਕਿ ਅਗਲੇ ਦਿਨ ਨਵੇਂ ਨੋਟ ਲੈ ਲਈਏ, ਟਿਕਟਾਂ ਰੱਦ ਕਰਾ ਕੇ। ਕਿਸੇ ਨੇ ਰਾਤੋਂ ਰਾਤ ਜਾ ਕੇ ਸੋਨਾ ਖਰੀਦਿਆ। ਸਾਰੀ ਭਾਜੜ ਰਾਤ ਨੂੰ ਜੋ ਪਾਈ, ਜੀ ਇਹ ਸਵੇਰੇ 8 ਵਜੇ ਵੀ ਪਾ ਸਕਦੇ ਸੀ। ਜਿਸ ਦਿਨ GST ਦਾ ਬਿੱਲ ਪਾਸ ਕੀਤਾ, ਰਾਤ ਨੂੰ 12 ਵਜੇ ਕੀਤਾ ਗਿਆ। ਪਾਰਲੀਮੈਂਟ ਦਾ ਉਚੇਚਾ ਸਮਾਗਮ ਸੱਦਿਆ ਗਿਆ। ਹੁਣ ਜੇ ਆ ਲਾਕਡਾਊਨ ਕੀਤਾ, ਇਹ ਸਾਰੇ ਕੰਮ ਪ੍ਰਧਾਨ ਮੰਤਰੀ ਸਾਹਿਬ ਰਾਤ ਨੂੰ ਕਰਦੇ ਆ। ਹੁਣ ਇਹ ਜਿਹੜੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਆਖੀ ਕਿ ਤੁਸੀਂ ਥੋੜ੍ਹੀ ਜਿਹੀ ਟਰਾਂਸਪੇਰੈਂਸੀ, ਥੋੜ੍ਹੀ ਜਿਹੀ ਪਾਰਦਰਸ਼ਤਾ ਸਾਨੂੰ ਵਿੱਚੋਂ ਦਿਸੇ ਤਾਂ ਸਹੀ ਕਿ ਤੁਸੀਂ ਕੀ ਕਰਨਾ ਚਾਹੁੰਦੇ ਜੀ। ਉਹ ਪਾਰਦਰਸ਼ਤਾ ਚਾਹੀਦੀ ਹੈ, ਸਾਨੂੰ ਦੱਸ ਦਿਓ ਕਿ ਕਰਨਾ ਕੀ ਚਾਹੁੰਦੇ ਆ। ਲਾਕਡਾਊਨ ਤੋਂ ਬਾਅਦ ਦਾ ਤੁਹਾਡਾ ਪਲਾਨ ਕੀ ਆ, ਉਹ ਅਜੇ ਤੱਕ ਨਹੀਂ ਦੱਸਿਆ ਜੀ। ਇਹ ਸਾਰੇ ਕੁਛ 'ਚ ਇੱਕ ਜਿਹੜੀ ਟਸਲ ਚੱਲਦੀ ਪਈ ਹੈ ਜੀ ਕਿ ਜਿੱਦਾਂ ਹੁਣ ਕੇਂਦਰ ਸਰਕਾਰ ਨੇ ਕਿਹਾ ਸੀ ਵੀ ਜਿਹੜੇ ਗਰੀਬ ਨੇ ਉਹਨਾਂ ਨੂੰ ਤੁਸੀਂ ਜੋ ਵੀ ਆਟਾ ਦਾਲ ਸਕੀਮ ਚੱਲਦੀ ਆ ਉਹਦੇ ਜਿਹੜੀ ਜੋ ਵੀ ਉਹਨਾਂ ਦਾ ਬਣਦਾ ਹੱਕ ਆ ਉਹਨਾਂ ਨੂੰ ਦੇ ਦਿਓ, ਤੇ ਉਹ ਕਹਿੰਦੇ ਵੀ ਰਿਲੀਜ਼ ਕਰ ਦਿੱਤਾ ਗਿਆ ਕੇਂਦਰ ਵਾਲੇ ਪਾਸਿਓਂ ਮਟੀਰੀਅਲ, ਤੇ ਅੱਗੇ ਪਹੁੰਚਾਇਆ ਨਹੀਂ ਗਿਆ, ਦਿੱਤਾ ਨਹੀਂ ਗਿਆ। ਇਹ ਦੋਸ਼ ਰਾਮ ਵਿਲਾਸ ਪਾਸਵਾਨ ਹੋਰਾਂ ਲਾਇਆ ਇਹਦੇ 'ਤੇ ਪੰਜਾਬ ਸਰਕਾਰ 'ਤੇ। ਅੱਗੋਂ ਕੈਪਟਨ ਸਾਹਿਬ ਗਰਮ ਹੋ ਗਏ, ਇਹ ਕੀ ਕਹਾਣੀ ਹੈ ਜੀ? ਦੇਖੋ, ਰਾਮ ਵਿਲਾਸ ਪਾਸਵਾਨ ਇਹ ਗੱਲ ਠੀਕ ਕਹਿੰਦਾ ਕਿ ਅਸੀਂ ਕਣਕ ਦੇ ਦਿੱਤੀ, ਨਾਲ ਉਹਨੇ ਕਹਿ ਦਿੱਤਾ ਜੀ ਅਸੀਂ ਦਾਲ ਵੀ ਭੇਜਤੀ ਜੀ। ਉਹਨੇ ਕੱਲ੍ਹ ਟਵਿੱਟਰ ਦੇ ਉੱਤੇ ਟਵੀਟ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਇੱਕ ਦਿਨ ਬੀਬੀ ਹਰਸਿਮਰਤ ਕੌਰ ਬਾਦਲ ਦੇ ਟਵੀਟ ਦਾ ਬਹੁਤ ਸਖਤ ਜਵਾਬ ਦਿੱਤਾ ਸੀ ਜੀ, ਬਹੁਤ ਕੌੜਾ ਜਵਾਬ ਦਿੱਤਾ ਸੀ। ਕੱਲ੍ਹ ਉਹਨੇ ਫਿਰ ਪਹਿਲੀ ਵਾਰ ਰਾਮ ਵਿਲਾਸ ਪਾਸਵਾਨ ਦੇ ਟਵੀਟ ਦਾ ਵੀ ਬਹੁਤ ਕੌੜਾ ਜਵਾਬ ਦਿੱਤਾ। ਉਹਨੇ ਆਖਿਆ ਜੀ ਕਣਕ ਤੁਸੀਂ ਉੱਥੋਂ ਇਕੱਲੀ ਥੋੜ੍ਹੀ ਹੈ, ਕਣਕ ਤਾਂ ਸਾਡੇ ਪੰਜਾਬ ਦੇ ਗੋਦਾਮਾਂ 'ਚ ਪਈ ਸੀ ਜੀ, ਤੁਹਾਡੀ ਸੀ, ਅਸੀਂ ਤਾਂ ਬੜੇ ਚਿਰ ਦੇ ਮੰਗਦੇ ਸਾਂ, ਤੁਸੀਂ ਦੇਰੀ ਨਾਲ ਹੀ ਸਹੀ, ਲੇਟ ਕਰਕੇ ਹੀ ਸਹੀ, ਸਾਨੂੰ ਦੇ ਦਿੱਤੀ, ਚੰਗਾ ਕੀਤਾ ਜੀ। ਪਰ ਜਿਹੜੀ ਦਾਲ ਤੁਸੀਂ ਕਿਹਨੇ ਭੇਜੀ, ਤੁਹਾਡੀ ਦਾਲ ਭੇਜੀ ਆਈ ਤੇ ਹੈ ਨਹੀਂ ਜਿੰਨੀ ਤੁਸੀਂ ਕਹਿੰਦੇ ਆ। ਮਸਾਂ ਉਹਦਾ 5ਵਾਂ ਹਿੱਸਾ ਦਾਲ ਪੰਜਾਬ 'ਚ ਪਹੁੰਚੀ ਹੈ, ਬਾਕੀ ਦਾਲ ਕਿੱਥੇ ਚਲੀ ਗਈ ਜੀ। ਕੱਲ੍ਹ ਇੱਕੋ ਟਾਈਮ 'ਤੇ 2 ਬਿਆਨ ਆਏ, ਇੱਕ ਰਾਮ ਵਿਲਾਸ ਪਾਸਵਾਨ ਦਾ ਟਵੀਟ, ਦੂਸਰਾ ਵੱਡੇ ਬਾਦਲ ਸਾਹਿਬ ਦਾ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ, ਜੀ ਕਿ ਜੇ ਕੇਂਦਰ ਸਰਕਾਰ ਤੋਂ ਆਈ ਮਦਦ ਦੇ ਵਿੱਚ ਇਹੋ ਜਿਹੇ ਵੇਲੇ ਵੀ ਹੇਰਾਫੇਰੀ ਕੀਤੀ ਜਾਵੇ ਤੇ ਇਹ ਤਾਂ ਬਹੁਤ ਵੱਡਾ ਪਾਪ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਕਿ ਪਾਪ ਤਾਂ ਹੈ ਜੇ ਅਸੀਂ ਕੀਤੀ ਹੋਵੇ। ਜਿੰਨੀ ਦਾਲ ਤੁਸੀਂ ਕਹਿੰਦੇ ਆ, ਇਹ ਕੋਈ ਬੋਰੀਆਂ ਭਰ ਕੇ ਸਾਡੇ ਕੋਲ ਲੁਕਾ ਕੇ ਥੋੜ੍ਹਾ ਫੜਾ ਕੇ ਗਿਆ,
ਰਿਕਾਰਡ ਤੇ ਆ, ਵਿਖਾਓ ਚਿੱਟਾਂ ਤੁਸੀਂ ਕਿੰਨੀ ਭੇਜੀ ਹੈ। ਜੀ ਉਹ ਰਸਤੇ 'ਚ ਕਿੱਥੇ ਅਟਕ ਗਈ ਹੈ ਸਾਨੂੰ ਪਤਾ ਲੱਗੇ, ਸਾਡੇ ਕੋਲ ਤੇ ਆਈ ਨਹੀਂ। ਉਹ ਕਹਿੰਦੇ ਜਿਹਨਾਂ ਨੇ ਕਣਕ ਵੀ ਨਹੀਂ ਵੰਡੀ। ਅਮਰਿੰਦਰ ਸਿੰਘ ਕਹਿੰਦਾ ਕਿ ਅੱਗੇ ਹੁਣ ਤੱਕ ਅਸੀਂ ਕਣਕ ਤੇ ਦਾਲ ਦੋਵੇਂ ਇਕੱਠੀਆਂ ਵੰਡਦੇ ਹਾਂ, ਜੀ ਤੇ ਜਿਹੜੀਆਂ ਇਕੱਠੀਆਂ ਵੰਡਦੇ ਹਾਂ ਜਿੰਨੀ ਕੁ ਸਾਡੇ ਕੋਲ ਸੀ ਉਹ ਵੰਡ ਦਿੱਤੀ। ਹੁਣ ਅਸੀਂ ਪਹਿਲਾਂ ਕਣਕ ਵੰਡ ਦਈਏ, ਤੁਸੀਂ 15 ਦਿਨਾਂ ਬਾਅਦ ਦਾਲ ਭੇਜ ਦਿਓ, ਫਿਰ ਅਸੀਂ ਦਾਲ ਵਾਸਤੇ ਦੁਬਾਰਾ ਲੋਕਾਂ ਦਾ ਡਿਪੂਆਂ 'ਤੇ ਇਕੱਠ ਕਰੀਏ। ਜਦੋਂ ਲੇਟ ਆਉਂਦੀ ਆ ਤੇ ਉਹਦੇ ਵਾਸਤੇ ਫਿਰ ਲੋਕੀ ਭਾਜੜ ਮਚਾਉਂਦੇ ਆ ਤੇ ਰਾਸ਼ਨ ਡਿਪੂਆਂ ਦੇ ਉੱਤੇ ਇੰਨਾ ਇਕੱਠ ਹੋ ਜਾਂਦਾ ਕਿ ਅਸੀਂ ਸੰਭਾਲ ਨਹੀਂ ਸਕਦੇ। ਜੀ ਤੁਸੀਂ ਸਾਨੂੰ ਦਾਲ ਭੇਜ ਦਿਓ, ਅਸੀਂ ਨਾਲ ਹੌਲੀ ਹੌਲੀ ਸਾਰਿਆਂ ਨੂੰ ਸਪਲਾਈ ਕਰ ਦਈਏ, ਦਾਲ ਤੇ ਕਣਕ ਦੋਵੇਂ ਕਰ ਦਈਏ। ਇਹ ਥੋੜ੍ਹਾ ਹੋ ਸਕਦਾ ਕਿ ਇੱਕ ਵਾਰੀ ਅਸੀਂ ਕਣਕ ਦੇਈਏ, ਇੱਕ ਵਾਰੀ ਅਸੀਂ ਦਾਲ ਦੇਈਏ। ਕਹਿੰਦੇ ਜਿਹੜਾ ਸਾਡੇ ਕਰਨ ਵਾਲਾ ਕੰਮ ਸੀ ਉਹ ਜਿਹੜੇ 6-6 ਕਿੱਲੋ ਦੇਣੀ ਸੀ, 5-5 ਕਿੱਲੋ ਦੇਣੀ ਸੀ, ਅਸੀਂ ਉਹਦੀ ਥਾਂ ਦੇ ਉੱਤੇ 6 ਮਹੀਨਿਆਂ ਦਾ ਇਕੱਠਾ ਵੀ 30 ਕਿੱਲੋ ਦੇਣਾ ਸ਼ੁਰੂ ਕਰ ਦਿੱਤਾ। ਪਰ ਜਿਹੜਾ ਤੁਹਾਡੇ ਕੋਲ ਸਮਾਨ ਆਇਆ ਹੀ ਨਹੀਂ ਉਹਦੇ ਬਾਰੇ ਐਵੇਂ ਟਵੀਟ ਕਿਉਂ ਕਰਤਾ? ਕੈਪਟਨ ਅਮਰਿੰਦਰ ਸਿੰਘ ਦਾ ਖਿਆਲ ਹੈ ਕਿ ਇਹ ਟਵੀਟ ਰਾਮ ਵਿਲਾਸ ਪਾਸਵਾਨ ਨੇ ਹਕੀਕਤਾਂ ਨੂੰ ਛੱਡ ਕੇ ਤੇ ਰਾਜਨੀਤੀ ਦੇ ਪੱਖ ਤੋਂ ਕੀਤਾ, ਨਹੀਂ ਤੇ ਹਕੀਕਤਾਂ ਤਾਂ ਰਿਕਾਰਡ ਤੇ ਉਹਨੂੰ ਵੀ ਪਤਾ ਕਿੰਨੀ ਦਾਲ ਭੇਜੀ ਹੈ ਤੇ ਪੰਜਾਬ ਸਰਕਾਰ ਨੂੰ ਵੀ ਪਤਾ ਕਿੰਨੀ ਆਈ ਹੈ। ਤੇ ਜੇ ਪਤਾ ਹੋਵੇ ਤੇ ਫਿਰ ਕੋਈ ਬੰਦਾ ਇਸ ਤਰ੍ਹਾਂ ਦੀ ਗੱਲ ਨਹੀਂ ਕਰ ਸਕਦਾ। ਜੀ ਅੱਛਾ ਬੰਸ ਸਾਹਿਬ, ਇੱਕ ਚੀਜ਼ ਸਮਝਾਇਓ, ਆਪਾਂ 3-4 ਦਿਨ ਲਗਾਤਾਰ ਹੋ ਗਈ ਗੱਲ ਕਰਦੇ ਹਾਂ ਕਿ ਠੇਕੇ ਖੋਲ੍ਹ ਦਿੱਤੇ ਗਏ, ਕੇਂਦਰ ਸਰਕਾਰ ਵੀ ਆਖੀ ਜਾਂਦੀ ਹੈ, ਪੰਜਾਬ ਸਰਕਾਰ ਵੀ ਆਖੀ ਜਾਂਦੀ ਹੈ, ਪਰ ਹੁਣ ਇਹ ਸੁਣ 'ਚ ਆਇਆ ਕਿ ਜਿਹੜੇ ਠੇਕੇਦਾਰ ਨੇ ਉਹਨਾਂ ਨੇ ਕਈ ਥਾਵਾਂ 'ਤੇ ਠੇਕੇ ਨਹੀਂ ਖੋਲ੍ਹੇ ਜੀ। ਇਹਦਾ ਕਾਰਨ ਇਹ ਨਹੀਂ ਕਿ ਕੋਈ ਸਿਧਾਂਤਕ ਤੌਰ ਤੇ ਉਹ ਠੇਕੇ ਨਹੀਂ ਖੋਲ੍ਹਣਾ ਚਾਹੁੰਦੇ। ਜੀ ਹਰ ਸਾਲ ਜਦੋਂ 31 ਮਾਰਚ ਆਉਣ ਲੱਗਦੀ ਆ ਉਦੋਂ ਪਤਾ ਨਹੀਂ ਹੁੰਦਾ ਕਿ ਅਗਲੇ ਦਿਨ ਕਿਹਦੀ ਬੋਲੀ, ਜਦੋਂ ਬੋਲੀਆਂ ਹੁੰਦੀਆਂ ਨੇ 31 ਮਾਰਚ ਦੀ ਰਾਤ 12 ਵਜੇ ਤੋਂ ਬਾਅਦ ਠੇਕੇਦਾਰ ਬਦਲ ਜਾਣੇ ਹੁੰਦੇ ਆ ਜੀ। ਇਹ ਫਿਰ ਕੀ ਕਰਦੇ ਆ ਕਿ 25-26 ਤਰੀਕ ਤੋਂ ਬਾਅਦ ਅਚਾਨਕ ਸ਼ਰਾਬ ਸਸਤੀ ਕਰ ਦਿੰਦੇ ਆ, ਕੱਢੋ ਜਿੰਨੀ ਨਿਕਲ ਜਾਂਦੀ ਹੈ ਜੀ। ਆਖਰੀ ਰਾਤ ਤਾਂ ਜਿਹੜੇ ਲੋਕੀ ਜਾਂਦੇ ਆ ਉਹਨਾਂ ਨੂੰ ਚੌਥੇ ਹਿੱਸੇ ਮੁੱਲ 'ਤੇ ਵੀ 1000 ਰੁਪਏ ਦੀ ਸ਼ਰਾਬ 250 ਰੁਪਏ 'ਚ ਵੀ ਫੜਾਈ ਜਾਂਦੇ ਆ। ਜੀ 5000 ਦੀ ਸ਼ਰਾਬ ਸਿਰਫ 1000 ਰੁਪਏ 'ਚ ਵੀ ਫੜਾ, ਚੱਕ ਦਿਓ ਜਿੰਨੇ ਪੈਸੇ ਮਿਲਦੇ ਮਿਲ ਜਾਣ। ਕੱਲ੍ਹ ਨੂੰ ਦੂਜਾ ਠੇਕੇਦਾਰ ਆ ਗਿਆ ਸਾਡੇ ਤੇ ਕੂੜਾ ਹੋ ਜਾਣਾ, ਕਿਉਂਕਿ ਪਿਛਲੇ ਸਾਲ ਦੀ ਸ਼ਰਾਬ ਅਗਲੇ ਸਾਲ ਦੇ ਵਿੱਚ ਨਹੀਂ ਵੇਚੀ ਜਾ ਸਕਦੀ, ਉਹਦੇ ਤੇ ਐਕਸਾਈਜ਼ ਦੀ ਮੋਹਰ ਹੁੰਦੀ ਹੈ, ਉਹ ਅਗਲੇ ਸਾਲ 'ਚ ਵਿਕਣੀ ਨਹੀਂ। ਉਹ ਫਿਰ ਉਦੋਂ ਫਟਾਫਟ ਕੱਢਦੇ ਜਿੰਨਾ ਮਾਲ ਨਿਕਲਦਾ ਨਿਕਲ ਜਾਵੇ। ਜੀ ਇਸ ਵਾਰੀ 31 ਮਾਰਚ ਨੂੰ ਠੇਕੇ ਨਹੀਂ ਹੋਏ, ਕਰਫਿਊ ਲੱਗਾ ਸੀ। ਹੁਣ ਇਹ ਗੱਲ ਵੀ ਹਰ ਸਾਲ ਹੁੰਦੀ ਆ ਕਿ ਜਿਹੜੇ ਨਵੇਂ ਠੇਕੇਦਾਰ ਆਉਂਦੇ ਆ ਉਹਨਾਂ ਦੀ ਕੁਝ ਪੁਰਾਣਿਆਂ ਨਾਲ ਟਸਲ ਹੁੰਦੀ ਹੈ। ਕੁਝ ਪੁਰਾਣੇ ਇਹ ਕਹਿੰਦੇ ਆ ਕਿ ਸਾਡਾ ਮਾਲ ਵਿਕਿਆ ਨਹੀਂ, ਸਾਨੂੰ ਇਹ ਛੋਟ ਦਿੱਤੀ ਜਾਵੇ ਕਿ ਜਦੋਂ ਅਸੀਂ ਠੇਕਾ ਹੀ ਕਰ ਲਿਆ ਤੇ ਅਸੀਂ ਨਵੇਂ ਸਾਲ ਦੇ ਵਿੱਚ ਵੀ ਵੇਚ ਲਈਏ। ਸਰਕਾਰ ਕਹਿੰਦੀ ਨਾ, ਉਹਦੇ ਉੱਤੇ ਐਕਸਾਈਜ਼ ਡਿਊਟੀ ਜਿਹੜੀਆਂ ਬੋਤਲਾਂ ਤੇ ਤੁਸੀਂ ਪਿਛਲੇ ਰੇਟ ਦੇ ਹਿਸਾਬ ਨਾਲ ਭਰੀ ਆ, ਉਹ ਰੇਟ ਅਗਲੇ ਸਾਲ 'ਚ ਨਹੀਂਗਾ, ਤੁਸੀਂ ਵੇਚ ਨਹੀਂ ਸਕਦੇ। ਫਿਰ ਵਿੱਚ ਵਿਚਾਲੇ ਦਾ ਰਾਹ ਕੱਢਿਆ ਜਾਂਦਾ। ਹੁਣ 31 ਮਾਰਚ ਲੰਘ ਗਈ ਆ, 30 ਅਪ੍ਰੈਲ ਵੀ ਲੰਘ ਗਈ ਆ, ਹੁਣ ਤਾਂ ਮਈ ਦਾ ਵੀ ਅੱਜ 8ਵਾਂ ਦਿਨ ਆ ਗਿਆ। ਉਹ ਠੇਕੇਦਾਰ ਕਹਿੰਦੇ ਆ ਕਿ ਸਾਡਾ ਇੱਕ ਤਾਂ ਇੰਨਾ ਸਮਾਂ ਜਿਹੜਾ ਬੰਦ ਰਿਹਾ, ਉਸ ਬੰਦ ਦਾ ਕਰਕੇ ਸਾਨੂੰ ਵੀ ਕੰਪਨਸੇਟ ਕਰੋ, ਕੁਝ ਨਾ ਕੁਝ ਦਾ ਮੁਆਵਜ਼ਾ ਦਿਓ। ਬਾਕੀ ਸਾਰਿਆਂ ਨੂੰ ਤੁਸੀਂ ਮਜ਼ਦੂਰਾਂ ਨੂੰ ਵੀ ਦਿੰਦੇ ਜੀ, ਮੁਲਾਜ਼ਮਾਂ ਨੂੰ ਵੀ ਦਿੰਦੇ ਜੀ, ਸਾਡਾ ਵੀ ਕੋਈ ਢਿੱਡ ਭਰੋ। ਦੂਜੀ ਗੱਲ ਕਿ ਜਿਹੜੀ ਪਿਛਲੇ ਸਮੇਂ ਦੀ ਸਾਡੀ ਸ਼ਰਾਬ ਪਈ ਰਹਿ ਗਈ, ਅਖੀਰਲੇ ਜਿਹੜੇ 21 ਤਰੀਕ ਤੱਕ ਤਾਂ ਕੰਮ ਚੱਲਦਾ ਸੀ ਤੇ 21 ਤਰੀਕ ਰਾਤ ਨੂੰ ਦੱਸ ਦਿੱਤਾ ਗਿਆ ਕਿ ਪੱਕ ਤੋਂ ਸਾਰਾ ਕੁਝ ਜਨਤਾ ਕਰਫਿਊ ਆ। ਜਨਤਾ ਕਰਫਿਊ ਤੋਂ ਅਗਲੇ ਦਿਨ 23 ਤਰੀਕ ਤੋਂ 22 ਨੂੰ ਜਨਤਾ ਕਰਫਿਊ ਰਿਹਾ, 23 ਨੂੰ ਦੂਜਾ ਕਰਫਿਊ ਲੱਗ ਗਿਆ ਪੰਜਾਬ ਸਰਕਾਰ ਦਾ। ਉਹ ਕਹਿੰਦੇ ਅਸੀਂ 21 ਮਾਰਚ ਤੋਂ ਬਾਅਦ 10 ਦਿਨ ਉਹ ਜਿਹੜਾ ਸਮਾਨ ਨਹੀਂ ਵੇਚਿਆ ਤੇ 10 ਦਿਨਾਂ 'ਚ ਹੀ ਸਾਰੀ ਸ਼ਰਾਬ ਕੱਢਣੀ ਸੀ ਜੀ। ਜਿਹੜੀ ਸਾਡੀ ਪਈ ਰਹਿ ਗਈ ਹੈ ਉਹਦੇ ਬਾਰੇ ਵੀ ਪੰਜਾਬ ਸਰਕਾਰ ਸਾਡੇ ਨਾਲ ਫੈਸਲਾ ਕਰੇ ਕਿ ਪਿਛਲੇ ਸਾਲ ਵਾਲੀ ਵੇਚਣੀ ਕਿ ਨਹੀਂ ਵੇਚਣੀ, ਕਰਨਾ ਤੇ ਕੀ ਕਰਨਾ, ਸਾਡੇ ਨਾਲ ਕੋਈ ਗੱਲ ਤਾਂ ਕਰੋ। ਉਹਨਾਂ ਗੱਲਾਂ ਦਾ ਕਰਕੇ ਇਹ ਹਰ ਸਾਲ ਹੀ ਰੇੜਕਾ ਪੈਂਦਾ ਹੁੰਦਾ, ਵਿੱਚ ਵਿਚਾਲੇ ਵਿਚੋਲੇ ਤੁਰੇ ਫਿਰਦੇ ਆ, ਉਹ ਸਰਕਾਰ ਤੱਕ ਵੀ ਜਾਂਦੇ ਆ, ਠੇਕੇਦਾਰਾਂ ਤੱਕ ਵੀ, ਤੁਸੀਂ ਇੰਨਾ ਕੁ ਕਰ ਲਓ, ਤੁਸੀਂ ਇੰਨਾ ਕਰ ਲਓ, ਵਿਚਲਾ ਰਾਹ ਕੋਈ ਕੱਢਿਆ ਜਾ ਰਿਹਾ। ਜਦੋਂ ਰਾਹ ਖੁੱਲ੍ਹ ਗਿਆ ਇਹਨਾਂ ਨੇ ਹੋਮ ਡਿਲੀਵਰੀ ਵੀ ਕਰਨੀ ਆ, ਠੇਕੇਦਾਰਾਂ ਨੇ ਪੂਰੀ ਤਰ੍ਹਾਂ ਸਰਕਾਰ ਨਾਲ ਮਿਲ ਕੇ ਚੱਲਣਾ। ਅੱਗੇ ਵੀ ਇੱਦਾਂ ਚੱਲਦਾ ਹੁੰਦਾ, ਹੁਣ ਵੀ ਇਹ ਸਿਰਫ ਸੌਦੇਬਾਜ਼ੀ ਹੁੰਦੀ ਪਈ ਜੀ। ਬੰਸ ਸਾਹਿਬ, ਆਪਾਂ ਇਹ ਥੋੜ੍ਹਾ ਜਿਹਾ ਹੁਣ ਇਸ ਪੰਜਾਬ ਤੋਂ ਦੂਸਰੇ ਪੰਜਾਬ ਵਾਲੇ ਪਾਸੇ ਚੱਲਦੇ ਹਾਂ। ਪਾਕਿਸਤਾਨ ਦੇ ਵਿੱਚ ਸਿੱਖ ਗੁਰਦੁਆਰਾ ਕਮੇਟੀ ਬਣੀ, ਵੱਖਰੀ ਕਮੇਟੀ ਹੈ, ਪਰ ਹੁਣ ਸੁਣ 'ਚ ਆਇਆ ਕਿ ਵੀ ਉੱਥੋਂ ਦੀ ਕਮੇਟੀ ਨੂੰ ਵੀ ਪਾਸੇ ਕਰਕੇ ਇੱਕ ਹੋਰ ਕੋਈ ਪੰਜਾਬੀ ਸਿੱਖ ਕਮੇਟੀ ਕੁਛ ਇਸ ਤਰ੍ਹਾਂ ਕਰਕੇ ਇੱਕ ਵੱਖਰੀ ਕਮੇਟੀ ਬਣਾ ਲਈ, ਜਿਹਨੇ ਅਖੰਡ ਪਾਠ ਵੀ ਸ਼ੁਰੂ ਕਰਵਾ ਦਿੱਤੇ ਆ। ਉਹ ਕੀ ਚੱਕਰ ਹੈ ਫਿਰ? ਦੇਖੋ, ਇੱਕ ਮੌਕਾ ਆਇਆ ਸੀ ਜਦੋਂ ਨਨਕਾਣਾ ਸਾਹਿਬ ਦੇ ਗ੍ਰੰਥੀ ਦੀ ਧੀ, ਕੁੜੀ ਦਾ ਨਾਮ ਜਗਜੀਤ ਕੌਰ ਸੀ, ਜਿਹਨੂੰ ਇੱਕ ਮੁਸਲਮਾਨ ਮੁੰਡਾ ਘਰੋਂ ਆ ਕੇ ਧੱਕੇ ਨਾਲ ਚੁੱਕ ਕੇ ਲੈ ਗਿਆ ਜੀ, ਜਾ ਕੇ ਆਖਿਆ ਜੀ ਲਵ ਮੈਰਿਜ ਕਰਾਈ ਆ। ਅਦਾਲਤ ਵਿੱਚ ਆਖਣ ਦੇ ਬਾਵਜੂਦ ਕੁੜੀ ਨੂੰ ਮਾਪਿਆਂ ਨਾਲ ਮਿਲਣੇ ਦਿੱਤਾ ਗਿਆ, ਆਖਿਆ ਸਾਹਮਣੇ ਮਿਲ ਲਓ। ਸਾਹਮਣੇ ਉਹਨਾਂ ਤੋਂ ਡਰਦੀ ਉਹ ਕੀ ਗੱਲ ਕਰਦੀ ਜੀ। ਉਦੋਂ ਦੀ ਉਹਨੂੰ ਉਹ ਜਿੱਦਾਂ ਸਾਡੇ ਨਾਰੀ ਨਿਕੇਤਨ ਹੁੰਦੇ ਆ, ਇਸ ਤਰ੍ਹਾਂ ਉੱਥੇ ਉਹਨਾਂ ਦਾ ਇੱਕ ਪ੍ਰਬੰਧ ਹੈਗਾ, ਉਸ ਟਰੱਸਟ ਦੇ ਹਵਾਲੇ ਕੀਤਾ, ਮਾਪਿਆਂ ਨੂੰ ਮਿਲ ਨਹੀਂ ਦਿੱਤੀ। ਮੁੰਡੇ ਨੇ ਅਦਾਲਤ ਵਿੱਚ ਕੇਸ ਕੀਤਾ ਪਿਆ। ਉਸ ਕੇਸ ਦੇ ਵਿੱਚ ਪਾਕਿਸਤਾਨ ਦੇ ਸਿੱਖ ਲਗਭਗ ਇਕੱਠੇ ਸੀ,
ਇੱਕਾ ਦੁੱਕਾ ਬਾਹਰ ਸੀ, ਬਾਕੀ ਸਾਰੇ ਇਕੱਠੇ ਸੀ। ਜੀ ਉਸ ਏਕੇ ਤੋਂ ਪਾਕਿਸਤਾਨ ਦੀ ਸਰਕਾਰ ਉਦੋਂ ਇਸ ਕਰਕੇ ਫਸੀ ਸੀ ਕਿ ਅਗਲੇ ਹਫਤੇ ਇੱਥੇ ਜਿਹੜਾ ਹੈਗਾ ਗੁਰਦੁਆਰਾ ਕਰਤਾਰਪੁਰ ਸਾਹਿਬ, ਉਹਦਾ ਲਾਂਘਾ ਖੁੱਲ੍ਹਣਾ ਸੀ। ਜੀ ਤਰੀਕ ਮਿਥੀ ਜਾ ਚੁੱਕੀ ਸੀ, ਦੋਵਾਂ ਸਰਕਾਰਾਂ ਨੇ ਪ੍ਰੋਗਰਾਮ ਰੱਖੇ ਸੀ। ਐਨ ਉਸ ਮੌਕੇ ਜੇ ਪਾਕਿਸਤਾਨ ਦੇ ਸਿੱਖ ਰੁੱਸ ਕੇ ਬਹਿ ਜਾਂਦੇ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਮੂੰਹ ਕੀ ਵਿਖਾਉਂਦਾ। ਇਹਨਾਂ ਨੇ ਫਿਰ ਉਹਨਾਂ ਨੂੰ ਇਹ ਆਖਿਆ ਵੀ ਅਸੀਂ ਹੱਲ ਕੱਢਦੇ ਹਾਂ, ਤੇ ਗਵਰਨਰ ਨੂੰ ਕਹਿ ਕੇ ਸੱਦ ਕੇ ਕੁੜੀ ਉਹਨਾਂ ਦੇ ਹਵਾਲੇ ਕਰ ਦਿੱਤੀ। ਜਿੱਦਣ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਖੁੱਲ੍ਹ ਗਿਆ, ਜੀ ਉਸ ਤੋਂ ਬਾਅਦ ਕੁੜੀ ਫਿਰ ਵਾਪਸ ਉਹਨਾਂ ਦੇ ਮੁੰਡੇ ਵਾਲਿਆਂ ਦੇ ਚਲੀ ਗਈ, ਉਧਰ ਭਜਵਾ ਦਿੱਤੀ ਗਈ। ਉਹ ਸਿੱਖਾਂ ਨੂੰ ਇੱਕ ਕਿਸਮ ਦੀ ਉੱਥੇ ਬੇਇੱਜ਼ਤੀ ਹੋਈ ਸੀ। ਜੀ ਅੱਛਾ, ਉਸ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਵਾਲ ਤੇ ਇਹੋ ਜਿਹੇ ਕੁਝ ਮੌਕਿਆਂ ਦੇ ਉੱਤੇ ਉਦੋਂ ਇੱਕ ਬੰਦਾ ਗੋਪਾਲ ਸਿੰਘ ਚਾਵਲਾ ਬਹੁਤ ਚਰਚਾ 'ਚ ਆਇਆ ਸੀ। ਕਹਿੰਦੇ ਸੀ ਲਓ ਜੀ, ਉਹ ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਖਲੋਤਾ, ਇਹ ਸਿੱਧੂ ਨਾਲ ਉਹਦੀ ਕਿਉਂ ਨੇੜਤਾ, ਉਹ ਤਾਂ ਖਾਲਿਸਤਾਨੀ ਹੈ। ਜੀ ਫਿਰ ਬਾਅਦ ਵਿੱਚ ਫੋਟੋ ਆ ਗਈਆਂ ਕਿ ਉਹ ਇੱਕ ਫੋਟੋ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਤੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਲ ਵੀ ਖਲੋਤਾ, ਕਿਉਂਕਿ ਨਾ ਇਹ ਉਹਨੂੰ ਪਛਾਣਦੇ ਸੀ, ਨਾ ਨਵਜੋਤ ਸਿੱਧੂ ਪਛਾਣਦਾ ਸੀ। ਜੀ ਉਹ ਸਾਰਿਆਂ ਦੇ ਲਾਗੇ ਜਾ ਕੇ ਬਹਿ ਕੇ ਫੋਟੋ ਖਿੱਚ ਕਰਾਈ ਜਾਂਦਾ ਸੀ। ਚਰਚਾ ਬਹੁਤ ਚੱਲੀ। ਉਹ ਜਿਹੜਾ ਗੋਪਾਲ ਸਿੰਘ ਚਾਵਲਾ ਸੀ, ਹੁਣ ਉਹਨੂੰ ਪਾਕਿਸਤਾਨ ਦੇ ਅਧਿਕਾਰੀਆਂ ਨੇ ਚੁੱਕ ਕੇ ਇੱਕ ਪੰਜਾਬੀ ਸਿੱਖ ਸੰਗਤ ਬਣਵਾਤੀ ਹੈ। ਜੀ ਇਸ ਪੰਜਾਬੀ ਸਿੱਖ ਸੰਗਤ ਦਾ ਪ੍ਰਧਾਨ ਬਣਾਤਾ ਗੋਪਾਲ ਸਿੰਘ ਚਾਵਲੇ ਨੂੰ, ਤੇ ਉੱਥੋਂ ਦਾ ਜਿਹੜਾ ਇਵੈਕੂਈ ਪ੍ਰਾਪਰਟੀ ਟਰਸਟ, ਜਿੱਦਾਂ ਆਪਣੇ ਇੱਥੇ ਵਕਫ ਬੋਰਡ ਹੁੰਦਾ, ਜੀ ਜੀ ਪਾਕਿਸਤਾਨ ਚਲੇ ਗਏ ਮੁਸਲਮਾਨਾਂ ਦੀਆਂ ਜਾਇਦਾਦਾਂ ਦੀ ਸੰਭਾਲ ਕਰਦਾ ਤੇ ਸਰਕਾਰ ਦੇ ਨਾਲ ਤਾਲਮੇਲ ਕਰਕੇ ਚੱਲਦਾ, ਉਸੇ ਤਰ੍ਹਾਂ ਹੀ ਉੱਥੇ ਇਵੈਕੂਈ ਪ੍ਰਾਪਰਟੀ ਟਰਸਟ ਬੋਰਡ ਹੈ। ਉਸ ਟਰਸਟ ਦਾ ਜਿਹੜਾ ਮੁਖੀ ਹੈ, ਜਿਹੜਾ ਹੈੱਡ ਹੈ, ਜੀ ਉਹਨੂੰ ਇਸ ਪੰਜਾਬੀ ਸਿੱਖ ਸੰਗਤ ਦਾ ਪੈਟਰਨ ਬਣਾਇਆ ਗਿਆ। ਇਹ ਤੋਂ ਸਾਫ਼ ਹੀ ਦਿਸਦਾ ਕਿ ਪਾਕਿਸਤਾਨ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਕਾਬਲੇ ਤੇ ਪੰਜਾਬੀ ਸਿੱਖ ਸੰਗਤ ਜਿਹੜੀ ਆ ਗੋਪਾਲ ਸਿੰਘ ਚਾਵਲੇ ਵਾਲੀ, ਉਹਨੂੰ ਸਰਕਾਰ ਦੇ ਬੰਦਿਆਂ ਨੇ ਆਪ ਖੜੇ ਕੀਤਾ। ਕੰਮ ਕੀ ਸ਼ੁਰੂ ਕੀਤਾ? ਰਸੀਦ ਬੁੱਕਾਂ ਛਪਾ ਲਈਆਂ। ਜਿਨ੍ਹਾਂ ਨੇ ਨਨਕਾਣਾ ਸਾਹਿਬ, ਪੰਜਾ ਸਾਹਿਬ ਅਖੰਡ ਪਾਠ ਰਖਾਉਣੇ ਆ, ਸਾਡੇ ਕੋਲ ਬੁਕਿੰਗ ਕਰਾਓ। ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਕਹਿੰਦੀ ਹੈ ਜਦੋਂ ਉਹਦਾ ਪ੍ਰਬੰਧ ਸਾਡੇ ਕੋਲ ਹੈ, ਤੁਸੀਂ ਉੱਥੇ ਜਾ ਕੇ ਅਖੰਡ ਪਾਠ ਕਿੱਦਾਂ ਕਰਾ ਸਕਦੇ ਸਾਤੋਂ ਪੁੱਛੇ ਬਗੈਰ, ਤੇ ਤੁਸੀਂ ਉਹਦੀ ਬੁਕਿੰਗ ਕਿੱਦਾਂ ਕਰਾ ਸਕਦੇ ਆ? ਇਹ ਕਹਿੰਦੇ ਜੀ ਅਸੀਂ ਕਰਾਵਾਂਗੇ, ਤੁਸੀਂ ਰੋਕ ਕੇ ਵਿਖਾ ਲਿਓ। ਯਾਨੀ ਉਸ ਗੱਲ ਦੀ ਕੌੜ ਹੁਣ ਤੱਕ ਤੁਰੀ ਆਉਂਦੀ ਆ। ਉਸ ਕੌੜ ਦੇ ਵਿੱਚ ਇਸ ਵੇਲੇ ਪਾਕਿਸਤਾਨ ਦੇ ਸਿੱਖਾਂ ਨੂੰ ਦੋ ਥਾਈਂ ਪਾੜ ਕੇ, ਇੱਕ ਸਿੱਖ ਗਰੁੱਪ ਉਸ ਤਰ੍ਹਾਂ ਦਾ, ਇੱਕ ਉਸ ਤਰ੍ਹਾਂ ਦਾ, ਇੱਕ ਨਰਮਦਲੀਏ, ਇੱਕ ਕਰਮਦਲੀਏ, ਦੋ ਬਣਾ ਕੇ ਉਹਨਾਂ ਨੂੰ ਆਪਸ ਵਿੱਚ ਲੜਾਉਣ ਦਾ ਇੱਕ ਨਵਾਂ ਤਰੀਕਾ ਉੱਥੋਂ ਦੀਆਂ ਏਜੰਸੀਆਂ ਨੇ ਸ਼ੁਰੂ ਕੀਤਾ, ਜਿਹਦੇ 'ਚ ਨੁਕਸਾਨ ਪਾਕਿਸਤਾਨ ਦੇ ਸਿੱਖਾਂ ਦਾ ਹੋਵੇਗਾ। ਜੀ ਇੱਕ ਸਿੱਖਾਂ ਨਾਲ ਹੀ ਸੰਬੰਧਿਤ ਗੱਲ ਇੰਗਲੈਂਡ 'ਚੋਂ ਵੀ ਸਾਹਮਣੇ ਆਈ ਜੀ ਕਿ ਉੱਥੇ ਸਿੱਖਾਂ ਨੇ ਮੰਗ ਕੀਤੀ ਸੀ ਕਿ ਜਦੋਂ ਮਰਦਮਸ਼ੁਮਾਰੀ ਜਿਹਨੂੰ ਆਪਾਂ ਕਹਿ ਦਿੰਦੇ ਉਹ ਹੋਣੀ ਆ, ਤੇ ਉਹਦੇ ਵਿੱਚ ਵੱਖਰੇ ਤੌਰ ਤੇ ਸਾਨੂੰ ਦਰਜ ਕੀਤਾ ਜਾਵੇ, ਪਰ ਉਹ ਉਧਰ ਦੀ ਸਰਕਾਰ ਨੇ ਕਹਿੰਦੇ ਵੀ ਇਹ ਗੱਲ ਨਹੀਂ ਮੰਨੀ। ਹਾਲਾਂਕਿ ਧਰਮ ਨੂੰ ਉਹ ਵੱਖਰੀ ਮਾਨਤਾ ਦਿੰਦੇ ਆ ਵੀ ਸਿੱਖ ਧਰਮ ਹੈਗਾ, ਪਰ ਵੱਖਰੇ ਤੌਰ ਦੇ ਉੱਪਰ ਦਰਜ ਕਰਨ ਨੂੰ ਉਹ ਤਿਆਰ ਨਹੀਂ। ਇਹ ਜਦੋਂ 2011 ਦੀ ਮਰਦਮਸ਼ੁਮਾਰੀ ਹੋਈ ਆ ਜੀ, ਜਨਗਣਨਾ, ਉਦੋਂ ਵੀ ਸਿੱਖਾਂ ਨੇ ਸਵਾਲ ਉਠਾਇਆ ਸੀ ਕਿ ਸਾਨੂੰ ਇੱਕ ਵੱਖਰੇ ਏਥਨਿਕ ਗਰੁੱਪ ਦੇ ਤੌਰ ਦੇ ਉੱਤੇ ਸਾਡੀ ਗਿਣਤੀ ਕੀਤੀ ਜਾਵੇ ਕਿ ਸਿੱਖ ਇੱਥੇ ਕਿੰਨੇ ਹੁੰਦੇ ਆ ਜੀ, ਪਰ ਉਹ ਮੰਨਿਆ ਨਹੀਂ ਸੀ ਗਿਆ। ਇਹਨਾਂ ਨੂੰ ਅਦਰਸ ਵਿੱਚ ਪਾ ਦਿੱਤਾ ਗਿਆ ਸੀ। ਫਿਰ ਇਹ ਮੁੱਦਾ ਉੱਠਦਾ ਰਿਹਾ। ਇੱਕ ਮੌਕਾ ਇਹੋ ਜਿਹਾ ਆਇਆ ਜਦੋਂ ਹਾਊਸ ਆਫ ਲਾਰਡਸ, ਜਿੱਦਾਂ ਸਾਡੀ ਰਾਜ ਸਭਾ ਹੁੰਦੀ ਹੈ, ਪਾਰਲੀਮੈਂਟ ਦਾ ਉੱਪਰਲਾ ਹਾਊਸ, ਜੀ ਉੱਥੇ ਪਾਰਲੀਮੈਂਟ ਦਾ ਉੱਪਰਲਾ ਹਾਊਸ ਆਫ ਲਾਰਡਸ ਹੈ। ਉਸ ਹਾਊਸ ਆਫ ਲਾਰਡਸ ਦੇ ਵਿੱਚ ਇੱਕ ਮਤਾ ਪਾਸ ਹੋ ਗਿਆ ਕਿ ਸਿੱਖ ਵੱਖਰਾ ਐਥਨਿਕ ਗਰੁੱਪ ਹੈ, ਮੰਨ ਲਿਆ ਗਿਆ। ਹੁਣ ਸਰਕਾਰ ਵੱਖਰਾ ਧਰਮ ਤਾਂ ਮੰਨਦੀ ਹੈ, ਪਰ ਜਦੋਂ ਮਰਦਮਸ਼ੁਮਾਰੀ ਕਰਨੀ ਹੈ ਤੇ ਬਾਕੀ ਸਾਰੇ ਧਰਮਾਂ ਦੀ ਵੱਖਰੀ ਮਰਦਮਸ਼ੁਮਾਰੀ ਦੇ ਵਿੱਚ ਵੱਖਰਾ ਖਾਨਾ ਹੁੰਦਾ, ਤੇ ਸਿੱਖਾਂ ਦਾ ਵੀ ਬਣ ਜਾਣਾ ਚਾਹੀਦਾ ਸੀ। ਸਿੱਖਾਂ ਦਾ ਨਹੀਂ ਬਣਾਇਆ ਗਿਆ, ਬਾਕੀ ਸਾਰਿਆਂ ਦਾ ਬਣਾ ਦਿੱਤਾ ਗਿਆ। ਇਹਦੇ ਉੱਤੇ ਬੜੇ ਚਿਰ ਦੇ ਸਿੱਖ ਮੰਗ ਕਰਦੇ ਸੀ ਕਿ ਸਾਨੂੰ ਵੱਖਰੇ ਇੱਕ ਧਰਮ ਦੇ ਤੌਰ ਤੇ ਮਰਦਮਸ਼ੁਮਾਰੀ 'ਚ ਸਾਡੀ ਗਿਣਤੀ ਕੀਤੀ ਜਾਣੀ ਚਾਹੀਦੀ ਹੈ, ਪਰ ਉਹ ਕੀਤੀ ਨਹੀਂ ਗਈ। ਹੁਣ ਕੱਲ੍ਹ ਉੱਥੋਂ ਦੀ ਪਾਰਲੀਮੈਂਟ ਨੇ ਕਹਿੰਦੇ ਆ ਮਤਾ ਪਾਸ ਕਰਤਾ, ਮੈਂ ਤੱਕ ਮਤੇ ਦੀ ਕਾਪੀ ਨਹੀਂ ਵੇਖੀ, ਪਰ ਕੱਲ੍ਹ ਇਹ ਮਤਾ ਪੇਸ਼ ਕੀਤਾ ਗਿਆ ਤੇ ਉਹ ਪਾਸ ਹੋ ਗਿਆ। ਤੇ ਉਹ ਪਾਸ ਹੋਣ ਦੇ ਨਾਲ ਇਹਦਾ ਮਤਲਬ ਇਹ ਹੈ ਕਿ ਜਿਹੜਾ ਫਾਰਮੂਲਾ ਪਾਸ ਕੀਤਾ ਉਹਦੇ 'ਚ ਇਹੋ ਜਿਹਾ ਕੋਈ ਕਾਲਮ ਨਹੀਂ ਕਿ ਸਿੱਖਾਂ ਦੀ ਵੱਖਰੀ ਗਿਣਤੀ ਕੀਤੀ ਜਾਵੇ। ਸਿੱਖਾਂ ਨੂੰ ਅਦਰਸ ਦੇ ਖਾਤੇ ਵਿੱਚ ਰੱਖਿਆ ਜਾਵੇਗਾ। ਹਿੰਦੂ ਵੱਖਰੇ ਗਿਣੇ ਜਾਣਗੇ, ਕ੍ਰਿਸਚਨ ਵੱਖਰੇ ਗਿਣੇ ਜਾਣਗੇ, ਮੁਸਲਮਾਨ ਵੱਖਰੇ ਗਿਣੇ ਜਾਣਗੇ, ਜਿਊ ਯਹੂਦੀ ਜਿਹੜੇ ਵੱਖਰੇ ਗਿਣੇ ਜਾਣਗੇ, ਪਰ ਸਿੱਖਾਂ ਨੂੰ ਅਦਰਸ ਵਿੱਚ ਰੱਖਿਆ ਜਾਵੇਗਾ। ਜੇ ਹੁਣ ਇਹਦੀ ਸਹੀ ਟਰਮਾਂ ਕੀ ਨੇ, ਮੈਂ ਕਿਉਂਕਿ ਬਰਤਾਨੀਆ ਦੀ ਸੁਸਾਇਟੀ ਬਾਰੇ ਬਹੁਤਾ ਨਹੀਂ ਜਾਣਦਾ, ਸਹੀ ਟਰਮਾਂ ਦਾ ਤੇ ਉਹਨਾਂ ਨੂੰ ਪਤਾ ਹੋ, ਪਰ ਇਹਨਾਂ ਜਿਹੜੀ ਮੰਗ ਚੁੱਕੀ ਸੀ ਔਰ ਮੁੜ ਮੁੜ ਕੇ ਪਾਰਲੀਮੈਂਟ ਤਕਰੀਰਾਂ ਹੁੰਦੀਆਂ ਨੇ। ਕੱਲ੍ਹ ਵੀ ਇੱਕ ਪਾਰਲੀਮੈਂਟ ਮੈਂਬਰ ਨੇ ਤਕਰੀਰ ਕੀਤੀ ਕਿ ਤੁਸੀਂ ਇਹ ਦੇਖੋ ਜੀ, ਪਹਿਲੀ ਸੰਸਾਰ ਜੰਗ ਤੋਂ ਲੈ ਕੇ ਬਲਕਿ ਉਹਦੇ ਤੋਂ ਵੀ ਪਹਿਲਾਂ ਤੋਂ ਸਿੱਖ ਸਾਡੀ ਫੌਜ ਵਿੱਚ ਜਾ ਕੇ ਕਿਹੜੇ-ਕਿਹੜੇ ਮੋਰਚਿਆਂ ਤੇ ਕਿਹੜੇ-ਕਿਹੜੇ ਦੇਸ਼ਾਂ 'ਚ ਲੜੇ, ਕਿੰਨਾ ਕੁਛ ਕੀਤਾ, ਤੇ ਇੱਥੋਂ ਇਹਦੇ ਵਾਸਤੇ ਕਈਆਂ ਨੇ ਜਾਨਾਂ ਵੀ ਦਿੱਤੀਆਂ, ਕਈਆਂ ਨੂੰ ਵਿਕਟੋਰੀਆ ਕਰਾਸ, ਸਭ ਤੋਂ ਵੱਡੇ ਜਿਹੜੇ ਮੈਡਲ ਨੇ ਉਹ ਵੀ ਅਸੀਂ ਦਿੰਦੇ ਰਹੇ। ਤੇ ਉਸ ਕੁਰਬਾਨੀ ਨੂੰ ਚੇਤੇ ਕਰਕੇ ਇਹਨਾਂ ਨੂੰ ਇੱਕ ਵੱਖਰੀ
ਕਮਿਊਨਿਟੀ ਦੇ ਤੌਰ ਤੇ ਇਹਨਾਂ ਦੀ ਗਿਣਤੀ ਹੋਣੀ ਚਾਹੀਦੀ ਹੈ, ਪਰ ਉਹ ਮੰਗ ਨਹੀਂ ਮੰਨੀ ਜੀ। ਗਈ। ਮਤਾ ਪਾਸ ਹੋ ਗਿਆ, ਫਾਰਮ ਉਹ ਪਾਸ ਹੋ ਗਿਆ, ਜਿਹੜੇ ਫਾਰਮ ਦੇ ਵਿੱਚ ਸਿੱਖਾਂ ਦਾ ਵੱਖਰਾ ਖਾਨਾ ਹੈ ਨਹੀਂ ਗਾ। ਜੀ। ਅੱਛਾ ਪੰਸ ਸਾਹਿਬ, ਆਪਾਂ ਫਿਰ ਇੱਕ ਵਾਰ ਦੁਨੀਆ ਦੇ ਉੱਪਰ ਜਾਈਏ ਤਾਂ ਜਿਹੜਾ ਦੁਨੀਆ ਦੇ ਵਿੱਚ ਇੱਕ ਹੁਣ ਨਵੀਂ ਚਿੰਤਾ ਤੁਰ ਪਈ ਆ ਕਿ ਵੀ ਕਰੋਨਾ ਦਾ ਚਲੋ ਪਤਾ ਨਹੀਂ ਅਜੇ ਹੁਣ ਮੁੱਕਦਾ, 2 ਮਹੀਨਿਆਂ ਨੂੰ ਮੁੱਕਦਾ, 6 ਨੂੰ ਮੁੱਕਦਾ, ਪਰ ਇਹਦੇ ਨਾਲ ਜ਼ਿੰਦਗੀਆਂ ਤੇ ਮੁੱਕਣੀਆਂ, ਪਰ ਜਿਹੜੀਆਂ ਜ਼ਿੰਦਗੀ ਜਿਉਣ ਲਈ ਕਾਰੋਬਾਰ ਆ, ਰੋਜ਼ਗਾਰ ਆ, ਉਹ ਵੀ ਮੁੱਕਦਾ ਜਾ ਰਿਹਾ। ਤੇ ਹੋ ਸਕਦਾ ਹੈ ਕਿ ਜਿੱਦਣ ਤੱਕ ਆਪਾਂ ਇਹ ਕਹੀਏ ਵੀ ਹਾਂਜੀ ਕਰੋਨਾ ਮੁਕਤ ਹੋ ਗਈ ਦੁਨੀਆ, ਉਦੋਂ ਤੱਕ ਲੋਕਾਂ ਦੇ ਸਾਹਮਣੇ ਇਹ ਹੋਵੇ ਕਿ ਰੋਜ਼ਗਾਰ ਮੁਕਤ ਵੀ ਹੋ ਗਿਆ ਕੰਮ ਸਾਰਾ ਕੁਝ, ਕਿਤੇ ਸਾਰੇ ਪਾਸੇ ਬੇਰੁਜ਼ਗਾਰੀ। ਪਹਿਲਾਂ UNO ਦੇ ਸੈਕਟਰੀ ਜਨਰਲ ਨੇ ਆਖਿਆ ਸੀ ਕਿ ਕਰੋਨਾ ਦਾ ਆ ਸੰਕਟ ਲੰਘਣ ਤੋਂ ਬਾਅਦ ਦੁਨੀਆ ਬਹੁਤ ਵੱਡੇ ਆਰਥਿਕ ਤੇ ਐਮਪਲੋਇਮੈਂਟ ਦੇ ਸੰਕਟ ਵਿੱਚ ਫਸਣ ਵਾਲੀ ਹੈ ਜੀ। ਉਹਨੇ ਇਹ ਵੀ ਆਖਿਆ ਸੀ ਕਿ ਜੇ ਉਸ ਸੰਕਟ ਵਿੱਚ ਸਮਾਂ ਨਾ ਸੰਭਾਲਿਆ ਗਿਆ ਤੇ ਉਹ ਸੰਕਟ ਇੰਨਾ ਗੰਭੀਰ ਹੈ ਕਿ ਬੇਰੁਜ਼ਗਾਰੀ ਦੇ ਮਾਰੇ ਲੋਕਾਂ ਨੂੰ ਅੱਤਵਾਦੀ ਆਪਣੇ ਨਾਲ ਤੋਰ ਸਕਦੇ ਆ ਤੇ ਫਿਰ ਤਬਾਹੀ ਹੋਵੇਗੀ। ਕੱਲ ਅਮਰੀਕਾ ਦੇ ਇੱਕ ਡਿਪਾਰਟਮੈਂਟ ਦੀ ਰਿਪੋਰਟ ਆ ਗਈ ਕਿ ਕਰੋਨਾ ਦਾ ਸੰਕਟ ਲੰਘਦੇ ਸਾਰ ਬਹੁਤ ਸਾਰੇ ਕਾਰੋਬਾਰ ਬੰਦ ਹੋ ਜਾਣੇ ਜੀ, ਲੋਕੀ ਬੇਰੁਜ਼ਗਾਰ ਹੋ ਜਾਣਗੇ। ਇਸ ਤੋਂ ਬਾਅਦ ਕੀ ਹੋਵੇਗਾ? ਉਹ ਕਹਿੰਦੇ ਜੀ ਬੇਰੁਜ਼ਗਾਰੀ 1929 ਦੇ ਵਿੱਚ ਜਿਹੜੀ ਇੱਕ ਮੰਦੇ ਸਮੇਂ ਵਾਲੀ ਘਟਨਾ ਸੀ, ਉਹਨੂੰ ਮਹਾਮੰਦੀ ਅੱਜ ਤੱਕ ਕਹਿੰਦੇ ਆ। ਸਭ ਤੋਂ ਵੱਧ ਮੰਦਾ ਉਦੋਂ ਆਇਆ ਸੀ 1929 'ਚ ਜੀ, 91 ਸਾਲ ਹੋ ਗਏ। ਉਹ ਕਹਿੰਦੇ ਜੀ ਉਦੋਂ ਵਾਲਾ ਮੰਦਾ, ਬਲਕਿ ਉਹਦੇ ਤੋਂ ਵੀ ਵੱਡਾ ਮੰਦਾ ਹੁਣ ਆਉਣ ਵਾਲਾ ਜੀ। ਤੇ ਜੇ ਉਹ ਮੰਦਾ ਆ ਗਿਆ ਤੇ ਤੁਸੀਂ ਸੰਭਾਲੋ ਕਿੱਦਾਂ? ਤੁਸੀਂ ਊਬਰ ਕੰਪਨੀ ਦਾ ਨਾਂ ਤੇ ਸੁਣਿਆ ਜੀ, ਟੈਕਸੀਆਂ ਚਲਾਉਂਦੀ। ਊਬਰ ਤੇ ਓਲਾ 2 ਕੰਪਨੀ। ਜੀ ਜੀ, ਜਿਹੜੀ ਊਬਰ ਕੰਪਨੀ ਆ ਉਹ ਸਾਰੀ ਦੁਨੀਆ 'ਚ ਟੈਕਸੀਆਂ ਦਾ ਕਾਰੋਬਾਰ ਕਰਦੀ ਪਈ ਹੈ। ਕੱਲ੍ਹ ਉਹਦੀ ਰਿਪੋਰਟ ਅਮਰੀਕਾ ਤੋਂ ਆ ਗਈ ਹੈ ਕਿ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ 'ਚ ਆਪਣੇ ਡਰਾਈਵਰਾਂ ਤੇ ਹੋਰ ਸਟਾਫ ਦੀ ਛਾਂਟੀ ਕਰਨੀ ਸ਼ੁਰੂ ਕਰਤੀ ਹੈ। ਜੀ, ਜੇ ਇਹੋ ਜਿਹੀਆਂ ਕੰਪਨੀਆਂ ਛਾਂਟੀ ਕਰਦੀਆਂ ਨੇ, ਜੇ ਬ੍ਰਿਟਿਸ਼ ਏਅਰਵੇਜ਼ ਦੀ ਖਬਰ ਆਉਂਦੀ ਹੈ ਕਿ 12,000 ਬੰਦੇ ਕੱਢ ਦੇਣੇ ਆ, ਜੇ ਕਤਰ ਏਅਰਵੇਜ਼ ਦੀ ਰਿਪੋਰਟ ਆਉਂਦੀ ਹੈ ਕਿ ਉਹ ਵੀ ਹਜ਼ਾਰਾਂ ਬੰਦੇ ਕੱਢਣ ਲੱਗੇ ਨੇ, ਜੇ ਸਾਰੀਆਂ ਕੰਪਨੀਆਂ ਕੱਢੀ ਜਾਂਦੀਆਂ ਨੇ, ਤੇ ਜਿਹੜੀ ਇਹ ਰਿਪੋਰਟ ਹੈ ਕਿ ਇਹਦੇ ਤੋਂ ਬਾਅਦ ਬਹੁਤ ਵੱਡਾ ਮੰਦਾ ਆਉਣਾ, ਇਹ ਰਿਪੋਰਟ ਸਹੀ ਹੈ। ਸਾਡੇ ਭਾਰਤ ਵਾਸਤੇ ਵੀ ਸਹੀ ਹੈ, ਬਾਕੀ ਦੇਸ਼ਾਂ ਵਾਸਤੇ ਵੀ ਸਹੀ ਹੈ। ਅਸੀਂ ਬਹੁਤ ਵੱਡੇ ਆਰਥਿਕ ਸੰਕਟ ਵਿੱਚ ਫਸਣ ਵਾਲੇ ਹਾਂ, ਜਿੱਥੇ ਲੋਕਾਂ ਕੋਲ ਰੋਟੀਆਂ ਨਹੀਂ ਹੋਣੀਆਂ, ਲੋਕਾਂ ਕੋਲ ਨੌਕਰੀ ਨਹੀਂ ਹੋਣੀ ਜਿੱਥੇ ਜਾ ਕੇ ਕਮਾ ਕੇ ਖਾ ਲੈਣ। ਸਿਰਫ ਉਸ ਮੌਕੇ ਜੇ ਕੋਈ ਰਹੇਗਾ ਤੇ ਸਭ ਤੋਂ ਵੱਧ ਜੇ ਕੋਈ ਕਾਇਮ ਸੈਕਟਰ ਰਹਿ ਗਿਆ ਤੇ ਉਹ ਸੈਕਟਰ ਖੇਤੀ ਦਾ ਹੋਊਗਾ। ਖੇਤੀ ਬਚੀ ਰਹੇਗੀ, ਉਹ ਕਣਕ ਹੋਵੇਗਾ, ਝੋਨਾ ਹੋਵੇਗਾ, ਮੱਕੀ ਹੋਵੇਗੀ। ਇਹਨਾਂ ਚੀਜ਼ਾਂ ਨਾਲ ਔਖੇ ਸੌਖੇ ਕਿਸਾਨ ਤਾਂ ਫਿਰ ਵੀ ਬਚ ਜਾਣਗੇ ਜਿਹੜੇ ਹੁਣ ਖੁਦਕੁਸ਼ੀਆਂ ਕਰਦੇ ਪਏ ਨੇ, ਬਾਕੀਆਂ ਦਾ ਬਹੁਤ ਬੁਰਾ ਹਾਲ ਹੋ ਜੂ। ਤੁਸੀਂ ਖੇਤੀ ਦੀ ਗੱਲ ਕੀਤੀ ਪੰਸ ਸਾਹਿਬ, ਆਪਾਂ ਰੋਜ਼ ਲਗਭਗ ਝੋਨੇ ਦੀ ਗੱਲ ਕਰਦੇ ਹਾਂ। ਕਣਕ ਤਾਂ ਚਲੋ ਔਖੇ ਸੌਖੇ ਜਿਵੇਂ ਮਰਜ਼ੀ ਸੰਭਾਲ ਲਈ ਸਰਕਾਰ ਨੇ, ਪਰ ਹੁਣ ਝੋਨੇ ਬਾਰੇ ਅਜੇ ਤੱਕ ਤੇ ਕੋਈ ਬਿਆਨ ਆਇਆ ਨਹੀਂ ਜੀਗਾ। ਕੋਈ ਆਇਆ, ਕੋਈ ਪਤਾ ਲੱਗਾ ਜੀ? ਝੋਨਾ ਲਾਉਣ ਦੇ ਉਧਰੋਂ ਤਾਂ ਦਿਨ ਆਈ ਜਾਂਦੇ ਨੇ, ਉਧਰੋਂ ਸਮੱਸਿਆ ਇਹ ਹੈ ਕਿ ਲੇਬਰ ਨਹੀਂ ਮਿਲਦੀ ਜੀ। ਪਨੀਰੀ ਲਾਉਣ ਦਾ ਸਮਾਂ ਹੋ ਗਿਆ ਤੇ ਜੇ ਲੇਬਰ ਨਾ ਮਿਲੇ ਤੇ ਝੋਨੇ ਕਿੱਦਾਂ ਲੱਗਣਗੇ? ਇਹਦੇ ਨਾਲੋਂ ਵੱਡਾ ਇੱਕ ਵਿਸਾ ਹੋਰ ਸ਼ੁਰੂ ਹੋ ਗਿਆ ਜੀ। ਲੋਕੀ ਕਹਿੰਦੇ ਸਰਕਾਰ ਇਹਨਾਂ ਦਿਨਾਂ 'ਚ ਇਹ ਐਲਾਨ ਕਰਦੀ ਹੁੰਦੀ ਹੈ ਕਿ ਅੱਗੋਂ ਬਿਜਲੀ ਕਿਹੜੇ ਇਲਾਕਿਆਂ 'ਚ ਕਿਸ ਸਮੇਂ ਆਇਆ ਕਰੇਗੀ, ਜੀ, ਦਿਨੇ ਕਿੱਥੇ ਆਉਣੀ, ਰਾਤ ਨੂੰ ਕਿੱਥੇ ਆਉਣੀ ਹੈ। ਇਸ ਵਾਰੀ ਕੋਈ ਬਿਆਨ ਨਹੀਂ ਆ ਰਿਹਾ ਜੀ। ਪੰਜਾਬ ਪਾਵਰਕਾਮ ਚੁੱਪ ਹੈ। ਇੱਕ ਕੰਮ ਹੋਰ ਹੁੰਦਾ, ਇਹਨਾਂ ਦਿਨਾਂ 'ਚ ਆ ਕੇ ਸਰਕਾਰ ਕੋਈ ਨਾ ਕੋਈ ਰੇਟ ਦੱਸਦੀ ਹੁੰਦੀ ਹੈ, ਮੋਟੇ ਝੋਨੇ ਦਾ ਕਿਹੜਾ, ਬਾਸਮਤੀ ਦਾ ਕਿਹੜਾ, ਜੀ। ਇਹ ਸਾਰੇ ਰੇਟ ਦੱਸਣੇ ਹੁੰਦੇ ਆ ਤਾਂ ਕਿ ਕਿਸਾਨ ਜੇ ਠੀਕ ਸਮਝਣ ਤੇ ਲਾ ਦੇਣ, ਨਾ ਠੀਕ ਸਮਝਣ ਤੇ ਕੋਈ ਹੋਰ ਫਸਲ ਬੀਜ ਲੈਣ। ਇਸ ਵਾਰੀ ਕਮਾਲ ਦੀ ਗੱਲ ਹੈ, ਅਜੇ ਤੱਕ ਇਹਦੇ ਬਾਰੇ ਵੀ ਕੋਈ ਰੇਟ ਕੋਈ ਸਾਹਮਣੇ ਨਹੀਂ ਆ ਰਿਹਾ, ਸਰਕਾਰ ਦਾ ਕੋਈ ਬਿਆਨ ਸਾਹਮਣੇ ਨਹੀਂ ਆ ਰਿਹਾ। ਕਿਸਾਨ ਪਹਿਲਾਂ ਹੀ ਦੁਚਿੱਤੀ 'ਚ ਨੇ। ਅਜੇ ਜਿਹੜੇ ਹਾਲਾਤ ਬਣਦੇ ਪਏ ਆ ਉਹਨਾਂ 'ਚ ਪਤਾ ਨਹੀਂ ਉਹਨਾਂ ਨੂੰ ਝੋਨਾ ਲਾਉਣ ਵਾਸਤੇ ਲੇਬਰ ਲੱਭਣੀ ਕਿ ਨਹੀਂ ਲੱਭਣੀ। ਇਸ ਵਾਰੀ ਕਈਆਂ ਥਾਵਾਂ 'ਤੇ ਕਣਕਾਂ ਵੀ ਗਰੀਬ ਜੱਟਾਂ ਨੇ, ਗਰੀਬ ਕਿਸਾਨਾਂ ਨੇ ਆਪਸ ਵਿੱਚ ਇੱਕ ਦੂਸਰੇ ਨਾਲ ਮਿਲ ਕੇ ਪੁਰਾਣੇ ਸਮਿਆਂ ਜਿੱਦਾਂ ਭਾਈਵਾਲੀ ਕਰਕੇ ਮੰਗ ਪਾ ਕੇ ਵੱਢਦੇ ਹੁੰਦੇ ਸੀ, ਇਸ ਵਾਰੀ ਵੀ ਮੰਗਾਂ ਪਾ ਕੇ ਕਣਕਾਂ ਵੱਢੀਆਂ ਤੇ ਗਾਈਆਂ ਨੇ। ਇਹ ਕਈਆਂ ਥਾਵਾਂ 'ਤੇ ਹੋਇਆ। ਪਰ ਜੇ ਹੁਣ ਅੱਗੋਂ ਝੋਨੇ ਵੇਲੇ ਵੀ ਇਹੋ ਨੌਬਤ ਆਈ ਤੇ ਇਹ ਤਾਂ ਝੋਨੇ ਨਹੀਂ ਲਾਏ ਜਾਣੇ, ਇਹ ਤਾਂ ਬੜੀ ਮੁਸ਼ਕਿਲ ਆਵੇਗੀ। ਤੇ ਜੇ ਆ ਰੇਟ ਵੀ ਨਹੀਂ ਸਰਕਾਰ ਦੱਸਦੀ ਤੇ ਬਿਜਲੀ ਬਾਰੇ ਵੀ ਅਜੇ ਤੱਕ ਕੋਈ ਸਪਸ਼ਟ ਐਲਾਨ ਨਹੀਂ ਆਉਂਦਾ ਤੇ ਕਿਸਾਨਾਂ ਵਾਸਤੇ ਇਹ ਦੁਚਿੱਤੀ ਹੋਰ ਵੱਧ ਜਾਣੀ ਆ, ਝੋਨਾ ਲਾਈਏ ਕਿ ਨਾ ਲਾਈਏ। ਇਹ ਜੋ ਕੁਝ ਵੀ ਦੱਸਣਾ ਪਨੀਰੀ ਬੀਜਣ ਤੋਂ ਪਹਿਲਾਂ ਦੱਸਣਾ ਚਾਹੀਦਾ, ਬਾਅਦ ਵਿੱਚ ਪਨੀਰੀ ਪੁੱਟ ਕੇ ਤਾਈਆਂ ਹੀ ਲਾਉਣੀਆਂ, ਉਹ ਵਿਰੋਧ ਲੱਗ। ਹੁਣ ਸਾਹਿਬ ਤੁਸੀਂ ਦੁੱਧ ਦੀ ਗੱਲ ਕਰ ਦਿੱਤੀ ਆ, ਤੇ ਜਿੱਦਾਂ ਸੀਸ ਨਹੀਂ ਦਿੰਦੀਆਂ ਹੁੰਦੀਆਂ ਮਾਈਆਂ ਦੁੱਧ ਤੇ ਪੁੱਤ ਦੀ, ਹੁਣ ਦੁੱਧ ਦੀ ਗੱਲ ਤੇ ਤੁਸੀਂ ਦੱਸਦੀ ਚਿੰਤਾ ਵਾਲੀ, ਤੇ ਜਿਹੜੀ ਨਾਲ ਪੁੱਤ ਦੀ ਚਿੰਤਾ ਜਾਂ ਕਹਿ ਲਓ ਕਿ ਧੀਆਂ ਦੀ ਚਿੰਤਾ ਕਿ ਗਾਂ ਉਹਨਾਂ ਨੂੰ ਐਡਮਿਸ਼ਨ ਦਿਵਾਉਣੀ ਹੈ। ਹੁਣ ਵੇਲਾ ਤਾਂ ਇਸ ਵਕਤ ਐਡਮਿਸ਼ਨਾਂ ਦਾ, ਸਕੂਲਾਂ ਤੋਂ ਕਈਆਂ ਨੂੰ ਫੋਨ ਵੀ ਆਉਂਦੇ ਵੀ ਤੁਸੀਂ ਐਡਮਿਸ਼ਨ ਕਰਾਉਣੀ ਤੇ ਕਰਾ ਲਓ। ਐਡਮਿਸ਼ਨ ਕਰਾਉਣ ਕਿੱਦਾਂ, ਕਿਉਂਕਿ ਬਾਹਰ ਕਰਫਿਊ ਆ, ਲੋਕਡਾਊਨ ਆ।
ਜੇ ਹੁਣ ਨਿਕਲਦੇ ਆ ਤਾਂ ਲੋਕਡਾਊਨ ਦੀ ਲੰਘਣਾ, ਤੇ ਜੇ ਅਗਲਾ ਬੰਦਾ ਨਹੀਂ ਜਾਂਦਾ, ਮੰਨ ਲਓ ਮਹੀਨਾ ਹੋਰ ਪੈ ਜਾਂਦਾ, ਤੇ ਫਿਰ ਉਦੋਂ ਬਾਅਦ ਦਾਖਲਾ ਨਾ ਮਿਲਿਆ ਫਿਰ? ਦੇਖੋ, ਕੁਝ ਚੁਸਤ ਲੋਕ ਨੇ, ਸਿਆਣੇ ਨੇ ਜੀ ਉਹਨਾਂ ਨੇ ਆਨਲਾਈਨ ਦਾਖਲੇ ਸਕੂਲਾਂ ਵਾਲਿਆਂ ਨਾਲ ਮਿਲ ਕੇ ਪ੍ਰਬੰਧ ਕਰਨੇ ਸ਼ੁਰੂ ਕਰਤੇ ਆ। ਸਕੂਲਾਂ ਨੇ ਪ੍ਰਬੰਧ ਕਰਤਾ ਕਿ ਆਨਲਾਈਨ ਕਰ ਲਓ ਜੀ। ਉਹਦੇ ਉੱਤੇ ਹੀ ਉਹ ਸਾਰੇ ਕਾਗਜ਼ ਭਰਦੇ ਨੇ, ਉਹਦੇ ਉੱਤੇ ਹੀ ਉਹ ਫੀਸ ਭਰਦੇ ਨੇ ਆਪਣੇ ਕ੍ਰੈਡਿਟ ਕਾਰਡ ਤੋਂ ਜਾਂ ਡੈਬਿਟ ਕਾਰਡ ਤੋਂ ਜਾਂ ਬੈਂਕ ਅਕਾਊਂਟ ਤੋਂ, ਈ ਬੈਂਕਿੰਗ ਰਾਹੀਂ ਜੀ ਕੰਮ ਚਲਾਈ ਜਾ ਰਹੇ। ਸਰਕਾਰ ਇਹ ਕਹਿੰਦੀ ਆ ਕਿ ਇਸ ਕਰਫਿਊ ਦੇ ਦੌਰਾਨ ਇਸ ਤਰ੍ਹਾਂ ਦੀ ਕੋਈ ਐਕਟੀਵਿਟੀ ਨਹੀਂ ਹੋਣੀ ਚਾਹੀਦੀ, ਕਿਉਂਕਿ ਕੁਝ ਲੋਕ ਰਹਿ ਜਾਣਗੇ, ਕੁਝ ਕਰ ਜਾਣਗੇ। ਜੀ ਸਕੂਲਾਂ ਵਾਲੇ ਇਹਨਾਂ 'ਚ ਉਡੀਕਣ ਨੂੰ ਤਿਆਰ ਨਹੀਂ। ਉਹ ਕਹਿੰਦੇ ਜੀ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦੇਣੀਆਂ, ਜੇ ਪੈਸੇ ਨਾ ਆਏ ਤਾਂ ਅਸੀਂ ਕਰਾਂਗੇ, ਇਸ ਕਰਕੇ ਸਾਨੂੰ ਪੈਸੇ ਚਾਹੀਦੇ ਆ। ਉੱਦਾਂ ਸਕੂਲਾਂ ਵਾਲੇ ਇਹ ਵੀ ਕਹਿ ਚੁੱਕੇ ਆ ਕਿ ਅਸੀਂ ਕਰਫਿਊ 'ਚ ਮੁਲਾਜ਼ਮਾਂ ਨੂੰ, ਖਾਸ ਕਰਕੇ ਟੀਚਰਾਂ ਨੂੰ, ਘਰ ਬੈਠਿਆਂ ਨੂੰ ਤਨਖਾਹਾਂ ਦੇਣ ਨੂੰ ਤਿਆਰ ਨਹੀਂ, ਜੀ ਪਰ ਪੈਸੇ ਇਕੱਠੇ ਕਰਨ ਨੂੰ ਤਿਆਰ ਨੇ। ਹੁਣ ਕਿਉਂਕਿ ਢੱਕੀ ਛੁਪੀ ਜੀ ਇਹ ਐਕਟੀਵਿਟੀ ਚੱਲਦੀ ਹੈ, ਸਕੂਲਾਂ 'ਚ ਦਾਖਲਿਆਂ ਦੀ ਗੱਲ ਚੱਲਦੀ ਪਈ ਆ, ਉਸ ਗੱਲ ਦੇ ਨਾਲ ਨਾਲ ਇਹ ਵੀ ਹੈ ਕਿ ਜਿਹੜੇ ਲੋਕ ਅਜੇ ਤੱਕ ਆਨਲਾਈਨ ਅਪਲਾਈ ਕਰਨਾ ਨਹੀਂ ਜਾਣਦੇ, ਜੀ ਜਾਂ ਕਈ ਲੋਕ ਇਹੋ ਜਿਹੇ ਆ ਜਿਨ੍ਹਾਂ ਦੇ ਕੋਲ ਮੋਬਾਈਲ ਹੈ ਨਹੀਂ, ਜਾਂ ਮੋਬਾਈਲ ਹੈਗਾ ਵੀ ਆ ਤੇ ਉਸ ਮੋਬਾਈਲ ਦੇ ਉੱਤੇ ਆ ਆਨਲਾਈਨ ਸਿਸਟਮ ਉਹਨਾਂ ਨੂੰ ਵਰਤਣੇ ਨਹੀਂ ਆਉਂਦੇ, ਉਹ ਕਰਨਗੇ ਜੀ ਉਹ ਫਿਰ ਪਿੱਛੇ ਰਹਿ ਜਾਣਗੇ। ਦੂਸਰੇ ਲੋਕ ਪਹਿਲਾਂ ਬੱਚੇ ਆਪਣੇ ਜਮ੍ਹਾਂ ਕਰਾ ਦੇਣਗੇ। ਇਹ ਜਿਨ੍ਹਾਂ ਦੇ ਬੱਚੇ ਪਛੜ ਜਾਣਗੇ, ਸਰਕਾਰ ਨੇ ਉਹਨਾਂ ਬਾਰੇ ਕੀ ਸੋਚਿਆ, ਉਹਦੇ ਬਾਰੇ ਅਜੇ ਤੱਕ ਕਿਸੇ ਕਿਸਮ ਦੀ ਕੋਈ ਗੱਲ ਸਾਹਮਣੇ ਨਹੀਂ ਆ ਰਹੀ। ਜਾਂ ਤਾਂ ਸਕੂਲਾਂ ਵਾਲਿਆਂ ਨੂੰ ਪੱਕੇ ਤੌਰ ਤੇ ਕਹਿ ਦੇਣ ਕਿ ਜਿਹੜੇ ਸਕੂਲ ਨੇ ਇਸ ਤਰ੍ਹਾਂ ਕੀਤਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਹੋ। ਜੇ ਸਖਤੀ ਕੀਤੀ ਨਹੀਂ ਜਾ ਰਹੀ ਤੇ ਉਹ ਆਪਣੇ ਤੌਰ ਦੇ ਉੱਤੇ ਸਕੂਲਾਂ ਵਾਲੇ ਕਰੀ ਜਾਂਦੇ ਨੇ, ਤੇ ਫਿਰ ਸਮਾਜ ਦੇ ਵਿੱਚ ਇੱਕ ਕਿਸਮ ਦਾ ਵਿਤਕਰੇ ਦਾ ਮੁੱਢ ਵੱਜ ਜਾਏਗਾ ਕਿ ਜਿਹੜੇ ਚੱਲਦਾ ਪੁਰਜਾ ਬੰਦੇ ਉਹ ਆਪਣੇ ਕਰਾ ਜਾਣਗੇ ਬੱਚਿਆਂ ਨੂੰ ਦਾਖਲ, ਜੀ ਬਾਕੀ ਰਹਿ ਜਾਣਗੇ। ਇਹਦੇ ਬਾਰੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ, ਖਾਸ ਤੌਰ ਤੇ ਸਾਡਾ ਸਿੱਖਿਆ ਮੰਤਰੀ ਜਿਹਨੇ ਬਾਕੀ ਤਾਂ ਸਾਰੇ ਕੰਮ ਕਰਨੇ ਸਿੱਖੇ ਆ, ਪਰ ਅਜੇ ਤੱਕ ਲੱਗਦਾ ਕਿ ਇਸ ਮਾਮਲੇ 'ਚ ਕੋਈ ਕਮਜ਼ੋਰੀ ਆ। ਸਿੱਖਿਆ ਮਹਿਕਮੇ 'ਚ ਸ਼ਿਕਾਇਤਾਂ ਦੀਆਂ ਵਾਹਵਾ ਆਉਂਦੀਆਂ, ਉਹਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਜੀ ਤੁਹਾਨੂੰ ਸੋ ਤੁਸੀਂ ਸਮਾਂ ਕੱਢਿਆ, ਬਹੁਤ ਧੰਨਵਾਦ ਜੀ। ਤੇ ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਤੁਸੀਂ ਆਪਣੀ ਫੀਡਬੈਕ ਦਿੰਦੇ ਰਹਿਣਾ ਤੇ ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।